ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਮੈਂ ਮਨਜੋਤ ਸਿੰਘ ਇੱਕ ਵਾਰੀ ਫਿਰ ਤੋਂ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਕੌਮੀ ਵਿਚਾਰ ਸ਼ੋਅ ਦੇ ਵਿੱਚ। ਸੋ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਇੱਕ ਸੋਸ਼ਲ ਵਰਕਰ ਤੇ ਐਡਵੋਕੇਟ ਰਾਹੁਲ ਆਦੀਆ ਜੀ। ਸੋ ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ। ਇਹੋ ਜਿਹੇ ਪੰਜਾਬ ਦੇ ਵਿੱਚ ਬਹੁਤ ਮੁੱਦੇ ਨੇ, ਬਟ ਅਸੀਂ ਇੱਕ ਮੁੱਦੇ ਦੇ ਅੱਜ ਫਿਲਹਾਲ ਗੱਲ ਕਰਾਂਗੇ। ਕਿਉਂ ਸਰ? ਸੋ ਆਪਾਂ ਗੱਲ ਕਰਾਂਗੇ ਜਿਹੜੇ ਸਫਾਈ ਚਾਲਕ ਨੇ ਹਨਾ, ਉਹਨਾਂ ਦੀ ਲਾਈਫ ਸਟਾਈਲ ਵਿੱਚ ਕਿਵੇਂ ਬਦਲਾਅ ਆਊਗਾ, ਕਿਉਂਕਿ ਬਹੁਤ ਹੀ ਆਪਾਂ ਦੇਖਦੇ ਹਾਂ, ਅਕਸਰ ਹੀ ਦੇਖਦੇ ਰਹਿੰਦੇ ਉਹਨਾਂ ਨੂੰ ਧੱਕਾ ਵੀ ਹੁੰਦਾ ਹੈ। ਕਿਉਂਕਿ ਦਲਿਤ ਸਮਾਜ, ਅਗਰ ਖਾਸ ਕਰ ਆਪਾਂ ਗੱਲ ਕਰੀਏ ਦਲਿਤ ਸਮਾਜ ਦੇ ਵਰਕਰਾਂ ਬਾਰੇ ਨਾ, ਸੋ ਉਹਨਾਂ ਨੂੰ ਹਰ ਵਾਰੀ ਆਪਣਾ ਹੱਕ ਲੈਣ ਲਈ ਧਰਨੇ ਲਾਉਣੇ ਪਏ ਹਨਾ, ਪ੍ਰਦਰਸ਼ਨ ਕਰਨਾ ਪਿਆ। ਬਿਲਕੁਲ। ਸੋ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ, ਬਹੁਤ ਜਾਣਕਾਰੀ ਲਵਾਂਗੇ ਰਾਹੁਲ ਆਦੀਆ ਜੀ ਨਾਲ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਸਰ ਬਹੁਤ ਬਹੁਤ ਥੈਂਕ ਯੂ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਸਾਡੇ ਲਈ ਕੱਢਿਆ ਹਨਾ। ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੈਂ ਜੈ ਭੀਮ ਜੈ ਭਾਰਤ। ਬੇਸਿਕ ਅੱਜ ਜੋ ਤੁਸੀਂ ਮੁੱਦੇ 'ਤੇ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਕਾਫੀ ਮੁੱਦੇ ਹਨ ਜਿਨ੍ਹਾਂ 'ਤੇ ਵੀ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਾਂ ਪੰਜਾਬ ਜਿਹੜਾ ਇੱਕ ਟਰਮੋਇਲ ਕਾਈਂਡ ਆਫ ਸਿਚੁਏਸ਼ਨ ਨੂੰ ਫੇਸ ਕਰਦਾ। ਪਰ ਜਿਹੜੇ ਦਲਿਤਾਂ ਦੇ ਨਾਲ ਸੰਬੰਧਿਤ, ਦਲਿਤਾਂ ਦੇ ਵਿੱਚੋਂ ਅਤੀ ਦਲਿਤ ਆ ਜਿਹੜੇ, ਉਹ ਸਫਾਈ ਕਰਮਚਾਰੀ ਆ। ਬਿਲਕੁਲ। ਸਫਾਈ ਕਰਮਚਾਰੀ ਦੀ ਜਿਹੜੀ ਵਿਵਸਥਾ ਆ, ਉਹ ਨਾ ਕੇਵਲ ਇੱਕ ਸ਼ਹਿਰ, ਇੱਕ ਸਟੇਟ, ਆਲ ਓਵਰ ਪੰਜਾਬ ਜਾਂ ਪੂਰੇ ਭਾਰਤ ਦੇ ਵਿੱਚ ਉਹਨਾਂ ਦੀ ਦਸ਼ਾ ਬੜੀ ਮਾੜੀ ਹੈ। ਬਿਲਕੁਲ ਸਰ। ਇੱਕ ਹਾਲਾਤ ਇੱਦਾਂ ਹੈ ਕਿ ਜਿਹੜਾ ਸਫਾਈ ਕਰਮਚਾਰੀ ਹੈ, ਸਫਾਈ ਕਰਮਚਾਰੀ ਇੱਕ ਸਫਾਈ ਦਾ ਸਿਰਫ ਇੱਕ ਪੇਸ਼ਾ ਹੈ। ਸਫਾਈ ਦਾ ਇੱਕ ਸਿਰਫ ਪੇਸ਼ਾ ਹੈ ਕਿ ਕਿਸੇ ਡਿਪਾਰਟਮੈਂਟ ਦੇ ਵਿੱਚ ਦਫ਼ਤਰ ਦੀ ਸਫਾਈ ਕਰਨਾ ਜਾਂ ਵਾਟਰ ਸੀਵਰੇਜ ਜਾਂ ਕਿਸੇ ਵੀ ਏਰੀਏ ਦੀ ਸਫਾਈ ਦਾ ਇੱਕ ਕੰਮ ਹੈ। ਇਹ ਬਤੌਰ ਪੇਸ਼ੇ ਦੇ ਤੌਰ 'ਤੇ ਲਿੱਤਾ ਜਾਂਦਾ। ਪਰ ਇੰਡੀਆ ਇੱਕ ਐਸੀ ਕੰਟਰੀ ਹੈ ਜਿਹਦੇ ਵਿੱਚ ਇਹਨੂੰ ਬਤੌਰ ਇੱਕ ਜਾਤ ਦੇ ਨਾਲ ਜੋੜਿਆ ਗਿਆ। ਬਿਲਕੁਲ ਸਰ। ਹਾਂ, ਸਫਾਈ ਸੇਵਕ ਜਿਹ 'ਚ ਜ਼ਿਆਦਾਤਰ ਜਿਹੜੀ ਮੈਜੋਰਿਟੀ ਹੈ, ਮੈਂ ਕਹਿੰਦਾ 99.9% ਜਿਹੜੇ ਆ, ਉਹਦੇ ਵਿੱਚ ਵਾਲਮੀਕਨ ਸਮਾਜ ਜਿਹੜਾ ਆ, ਬਿਲਕੁਲ ਉਹ ਕੰਮ ਕਰਦਾ। ਫਿਰ ਪੇਸ਼ਾ ਵੀ ਅਸੀਂ ਇਹ ਕਹਿ ਸਕਦੇ ਹਾਂ ਕਿ ਪੇਸ਼ਾ ਵਾਲਮੀਕੀ ਸਮਾਜ ਨੇ, ਪੇਸ਼ਾ ਜਿਹੜਾ ਵਾਲਮੀਕੀ ਸਮਾਜ ਦਾ ਸਫਾਈ ਸੇਵਕ ਦੇ ਤੌਰ 'ਤੇ ਕੰਮ ਕਰਦਾ। ਬਿਲਕੁਲ। ਸੋ ਮੈਂ ਇਸੇ ਕਰਕੇ ਹੀ ਅੱਜ ਇਹ ਮੁੱਦਾ ਚੁਣਿਆ ਕਿ ਮੈਂ ਗੱਲਬਾਤ ਕਰਾਂ ਹਨਾ, ਸੋ ਦੈਟ ਕਿ ਲੋਕਾਂ ਨੂੰ ਵੀ ਕਲੀਅਰ ਹੋ ਜਾਏ। ਕਿਉਂਕਿ ਇੱਕ ਐਡਵੋਕੇਟ ਹੀ ਬਹੁਤ ਵਧੀਆ ਜਾਣਕਾਰੀ ਦੇ ਸਕਦਾ ਹੈ ਨਾ। ਸੋ ਤੁਸੀਂ ਐਡਵੋਕੇਟ ਵੀ ਹੋ, ਸੋਸ਼ਲ ਵਰਕਰ ਵੀ ਹੋ। ਸੋ ਪਹਿਲਾਂ ਸਾਡੇ ਸਰੋਤਿਆਂ ਨੂੰ ਦੱਸੋ, ਤੁਸੀਂ ਸੋਸ਼ਲ ਵਰਕਰ ਵਿੱਚ ਕੀ ਤੁਸੀਂ ਕੰਮ ਕਰਦੇ ਹੋ? ਸੋਸ਼ਲ ਵਰਕ, ਅਗਰ ਇਹਨੂੰ ਹੀ ਆਪਾਂ ਗੱਲ ਕਰੀਏ ਕਿ ਸਮਾਜ ਦਾ ਹੀ ਕੰਮ ਕਰਨਾ, ਸਮਾਜ ਭਲਾਈ ਦਾ ਹੀ ਕੰਮ ਹੈ। ਵੀ ਐਡੇ ਵੱਡੇ ਲੈਵਲ 'ਤੇ ਤਾਂ ਆਪਾਂ ਹਜੇ ਸਮਾਜ ਭਲਾਈ ਦਾ ਕੋਈ ਕੰਮ ਨਹੀਂ ਕੀਤਾ। ਪਰ ਇਹ ਹੈ ਕਿ ਜਨਰਲੀ ਜੇ ਸਮਾਜ ਨੂੰ ਸੋਸ਼ਲੀ, ਪੋਲੀਟੀਕਲੀ, ਇਕਨੋਮਿਕਲੀ ਜਾਂ ਲੀਗਲੀ ਉਹਨਾਂ ਨੂੰ ਅਵੇਅਰ ਕਰ ਦਈਏ, ਹਾਂਜੀ, ਇਹੀ ਸਭ ਤੋਂ ਵੱਡਾ ਸਾਡਾ ਕੰਟਰੀਬਿਊਸ਼ਨ ਹੋ ਸਕਦਾ। ਕਿ ਬਾਕੀ ਤੁਹਾਡਾ ਜਿਹੜਾ ਨਿਊਜ਼ ਚੈਨਲ ਨਵਾਂ ਬਣਿਆ, ਇਹਦੇ ਮਾਧਿਅਮ ਤੋਂ ਜਨਰਲ ਪਬਲਿਕ ਤੱਕ ਇਹ ਸਾਰੀ ਇਹ ਗੱਲ ਪਹੁੰਚੇਗੀ ਕਿ ਉਹਨਾਂ ਦੇ ਰਾਈਟਸ ਕੀ ਹਨ। ਬਿਲਕੁਲ। ਸੋ ਜਿਵੇਂ ਮੈਂ ਗੱਲਬਾਤ ਕਰਨਾ ਚਾਹੁੰਦਾ ਸੀਗਾ ਕਿ ਪੁੱਛਣਾ ਚਾਹੁੰਦਾ ਸੀ ਕਿ ਲਾਈਫ ਸਟਾਈਲ ਕਿਵੇਂ ਚੇਂਜ ਹੋਊਗਾ ਇੱਕ ਸਫਾਈ ਚਾਲਕ ਦਾ ਹਨਾ। ਸੋ ਆਪਾਂ ਦੇਖਦੇ ਹਾਂ ਸ਼ੁਰੂ ਤੋਂ ਬੰਦਾ ਕੰਮ ਕਰਦਾ ਰਹਿੰਦਾ ਹਨਾ, ਇੰਨੀ ਠੰਡ ਵਿੱਚ, ਧੁੰਦ ਦੇ ਵਿੱਚ ਵੀ ਅਰਲੀ ਮਾਰਨਿੰਗ ਉੱਠਦਾ, 3-4 ਵਜੇ ਜੋ ਵੀ ਸ਼ਡਿਊਲ ਹੁੰਦਾ ਨਾ ਉਹਨਾਂ ਦਾ ਫਿਕਸ ਹੁੰਦਾ। ਸੋ ਉਹਨਾਂ ਦੀ ਲਾਈਫ ਸਟਾਈਲ ਕਿਵੇਂ ਚੇਂਜ ਹੋ ਸਕਦੀ ਹੈ? ਦੇਖੋ, ਜੇ ਆਪਾਂ ਗੱਲ ਕਰੀਏ ਲਾਈਫ ਸਟਾਈਲ ਦੀ, ਸਫਾਈ ਸੇਵਕ ਮੈਂ ਪਹਿਲਾਂ ਵੀ ਕਿਹਾ ਸੀ ਇੱਕ ਪੇਸ਼ਾ ਹੈ। ਬਿਲਕੁਲ। ਇਹ ਇੱਕ ਜਾਤ ਨਹੀਂ ਹੈ, ਨਾ ਹੀ ਇਹ ਇੱਕ ਧਰਮ ਹੈ, ਪਰ ਇਹਨੂੰ ਇੱਕ ਜਾਤ ਦੇ ਨਾਲ ਜੋੜਿਆ ਗਿਆ, ਜੋ ਬੜੀ ਸ਼ਰਮ ਦੀ ਗੱਲ ਹੈ। ਪਰ ਜਿਹੜਾ ਸਮਾਜ ਅੱਜ ਵੀ ਇਸ ਪੇਸ਼ੇ ਨੂੰ ਸੰਭਾਲ ਕੇ ਰੱਖ ਰਿਹਾ, ਮੈਂ ਕਹਿੰਦਾ ਵੀ ਉਹਦੀ ਸ਼ਾਇਦ ਕਿਤੇ ਨਾ ਕਿਤੇ ਮਜਬੂਰੀ ਹੋ ਸਕਦੀ ਹੈ ਕਿ ਬਤੌਰ ਸਫਾਈ ਸੇਵਕ ਕੰਮ ਕਰਨਾ। ਪਰ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਫਾਈ, ਬਤੌਰ ਸਫਾਈ ਕਰਮਚਾਰੀ ਕੰਮ ਕਰਨਾ ਜਾਂ ਬਤੌਰ ਸੀਵਰਮੈਨ ਕੰਮ ਕਰਨਾ, ਸਭ ਤੋਂ ਵੱਡਾ ਸ਼ੋਸ਼ਣ ਜਿਹੜਾ ਆ ਸਮੇਂ ਦੀਆਂ ਸਰਕਾਰਾਂ ਉਹਦਾ ਕਰ ਰਹੀਆਂ। ਚਾਹੇ ਤੁਸੀਂ ਪੰਜਾਬ ਦੀ ਸਰਕਾਰ ਦਾ ਨਾਮ ਲੈ ਲਓ, ਚਾਹੇ ਤੁਸੀਂ ਹਰਿਆਣਾ ਸਰਕਾਰ ਦਾ ਨਾਮ ਲੈ ਲਓ, ਤੁਸੀਂ ਆਲ ਓਵਰ ਇੰਡੀਆ 'ਚ ਜਿੰਨੀਆਂ ਵੀ ਸਟੇਟਸ ਆ, ਉਹਦੇ ਵਿੱਚ ਜਿਹੜੇ ਸਫਾਈ ਕਰਮਚਾਰੀ ਆ, ਉਹ ਅਨਸੈਂਕਸ਼ਨ ਪੋਸਟਾਂ 'ਤੇ ਭਰਤੀ ਕੀਤੇ ਗਏ। ਅਨਸੈਂਕਸ਼ਨ ਪੋਸਟਾਂ ਦਾ ਮਤਲਬ ਇਹ ਹੈ ਕਿ ਉਹ ਗੈਰ ਪ੍ਰਮਾਣਿਤ ਪੋਸਟਾਂ ਨੇ। ਗੈਰ ਪ੍ਰਮਾਣਿਤ ਪੋਸਟ, ਓਕੇ। ਜਿਹੜੀਆਂ ਪੋਸਟਾਂ ਗੈਰ ਪ੍ਰਮਾਣਿਤ ਮਤਲਬ ਅਨਸੈਂਕਸ਼ਨ ਪੋਸਟਾਂ ਆ, ਉਹਨਾਂ ਪੋਸਟਾਂ ਦੇ ਉੱਪਰ ਇਹਨਾਂ ਮੁਲਾਜ਼ਮਾਂ ਨੂੰ 6-6, 7-7 ਹਜ਼ਾਰ ਰੁਪਏ ਦੇ ਵਿੱਚ ਬਤੌਰ ਕੰਮ 'ਤੇ ਰੱਖਿਆ ਜਾਂਦਾ। ਬਿਲਕੁਲ। ਔਰ ਇਹ ਸਫਾਈ ਕਰਮਚਾਰੀ 24 ਆਵਰ ਆਪਣੀ ਡਿਊਟੀ ਕਰਦੇ ਹਾਂ। ਬਿਲਕੁਲ। ਫਿਰ ਇਹਨਾਂ ਨੂੰ ਨਾ ਕੋਈ ਸੇਫਟੀ ਮੁਹੱਈਆ ਕਰਾਈ ਜਾਂਦੀ ਹੈ। ਹਾਲਾਂਕਿ ਭਾਰਤੀ ਕਾਨੂੰਨ ਦੇ ਵਿੱਚ ਜਾਂ ਭਾਰਤ ਦੀ ਸਭ ਤੋਂ ਜਿਹੜੀ ਸਰਵਉੱਚ ਅਦਾਲਤ ਹੈ, ਸੁਪਰੀਮ ਕੋਰਟ ਹੈ, ਈਵਨ ਵੇਰੀਅਸ ਸਟੇਟ ਕੋਰਟਸ, ਜਿੱਦਾਂ ਆਪਾਂ ਹਾਈ ਕੋਰਟ ਕਹਿ ਦਿੰਦੇ ਹਾਂ, ਹਾਂਜੀ,
ਉਹਨਾਂ ਦੀਆਂ ਲੈਂਡਮਾਰਕ ਜਜਮੈਂਟਸ ਆ ਕਿ ਇਹਨਾਂ ਨੂੰ ਸੇਫਟੀ ਕਿਟ ਜਿਹੜਾ ਆ ਵੀ ਪ੍ਰੋਵਾਈਡ ਕਰਵਾਉਣਾ ਮੈਂਡੇਟਰੀ ਆ। ਵੀ ਸਭ ਤੋਂ ਪਹਿਲੀ ਜਿਹੜੀ ਆ ਗਾਈਡਲਾਈਨ ਆ ਸਾਰੀ ਬੋਡੀ ਨੂੰ ਉਹ ਸੇਫਟੀ ਕਿਟ ਵਿੱਚ ਕੀ ਕੀ ਹੁੰਦਾ? ਉਹਦੇ ਵਿੱਚ ਗਲਵਸ, ਮਾਸਕ, ਓਵਰਆਲ ਪੂਰੀ ਬੋਡੀ ਸੇਫਟੀ ਕਿਟ ਜਿੱਦਾਂ ਕਰੋਨਾ ਪੇਸ਼ੈਂਟ ਪਾਉਂਦੇ ਨੇ ਡਾਕਟਰ, ਜਿੱਦਾਂ ਕਰੋਨਾ ਮਹਾਮਾਰੀ ਤਾਂ ਹੁਣ ਜਨਮ ਲਈ ਆ ਕਿ ਬਾਕੀ ਸਫਾਈ ਸੇਵਕ ਜਿਹੜਾ ਆ ਅੱਜ ਇੱਕ ਛੋਟੀ ਜਿਹੀ ਕਰੋਨਾ ਮਹਾਮਾਰੀ ਨੇ ਜਿਹੜਾ ਪੂਰੇ ਵਰਲਡ ਵਾਈਡ ਸਪਰੈਡ ਹੋਇਆ ਆਲ ਓਵਰ, ਜਿਹੜੀ 192 ਘੰਟੀਆਂ ਵਰਲਡ ਦੇ ਵਿੱਚ ਉਹਨੂੰ ਥ੍ਰੈਟ ਕੀਤਾ ਹੈ। ਬਿਲਕੁਲ। ਤੇ ਸਾਰੇ ਬੰਦੇ ਉਹ ਤੋਂ ਡਰ ਕੇ ਅੱਜ ਬੈਠੇ ਹੋਏ ਆ, ਸੇਫਟੀ ਕਿਟ ਪਾ ਰਹੇ ਆ, ਆਪਣੇ ਆਪ ਨੂੰ ਸੇਫ ਕਰ ਰਹੇ ਆ। ਪਰ ਜਿਹੜਾ ਸਫਾਈ ਸੇਵਕ ਹੈ ਹਾਂਜੀ, ਇਹਨੂੰ ਧੱਕੇ ਦੇ ਨਾਲ ਬਿਨਾਂ ਸੇਫਟੀ ਕਿਟ ਤੋਂ ਬਾੜਿਆ ਜਾ ਰਿਹਾ ਔਰ ਇੰਨੀ ਘੱਟ ਸੈਲਰੀ ਦੇ ਕੇ, ਜਿਹਦੇ ਨਾਲ ਉਹ ਆਪਣੇ ਹੈਲਥ ਨੂੰ ਮੇਨਟੇਨ ਤਾਂ ਕੀ ਕਰਨਾ, ਉਹ 2 ਟਾਈਮ ਦੀ ਚਾਹ ਦਾ ਜਿਹੜਾ ਖਰਚਾ ਨਹੀਂ ਕਰ ਸਕਦੇ 6000 ਦੀ। ਅਗਰ ਕਿਸੇ ਰਾਇਲ ਫੈਮਿਲੀ ਦੀ ਗੱਲ ਕਰੀਏ ਬਿਲਕੁਲ ਤਾਂ ਉਹਨਾਂ ਦੇ ਕਿਸੇ ਜਿਹੜਾ ਉਹਨਾਂ ਨੇ ਘਰ ਪੈਟ ਵੀ ਰੱਖਿਆ ਹੁੰਦਾ ਉਹਦੀ ਮੇਨਟੇਨੈਂਸ ਲਈ ਵੀ ਜਿਹੜਾ ਖਰਚਾ 6000 ਜਾਂ 7000 ਤੋਂ ਵੱਧ ਹੀ ਹੋਏਗਾ। ਬਿਲਕੁਲ, ਇਸ ਤੋਂ ਵੱਧ ਹੀ ਹੋਏਗਾ। ਸੋ ਅਗਰ ਆਪਾਂ ਦੇਖੀਏ ਰਾਇਲ ਫੈਮਿਲੀ ਬਾਰੇ ਕਿ ਉਹਨਾਂ ਨੇ ਜਿਹੜਾ ਨਾਰਮਲ ਕੁੱਤਾ ਵੀ ਰੱਖਿਆ ਹੋਵੇ ਨਾ, ਪੈਟ ਵੀ ਰੱਖਿਆ ਹੋਵੇ, ਉਸ ਦਾ ਖਰਚਾ ਜ਼ਿਆਦਾ ਹੀ ਹੋਏਗਾ ਨਾ। ਸੋ ਅੱਜ ਹਰ ਡਾਕਟਰ ਨੂੰ ਮੈਂਡੇਟਰੀ ਕਰ ਦਿੱਤਾ ਕਿ ਉਹ ਕਿੱਟ ਪਾਉਣੀ ਜ਼ਰੂਰੀ ਆ। ਅਗਰ ਪੇਸ਼ੈਂਟ ਭਾਵੇਂ ਕਰੋਨਾ ਹੈ ਭਾਵੇਂ ਨਾ ਹੈ, ਡਾਕਟਰ ਨੂੰ ਕੰਪਲਸਰੀ ਕਰ ਦਿੱਤਾ ਤੂੰ ਕਿੱਟ ਪਾ ਕੇ ਰੱਖਣੀ, ਸੋ ਦੈਟ ਕਿ ਕਿਸੇ ਤਰੀਕੇ ਦੀ ਬਿਮਾਰੀ ਨਾ ਹੋ ਸਕੇ ਤੁਹਾਨੂੰ, ਹਨਾ। ਸੋ ਡਾਕਟਰ ਆਪਣੀ ਸੇਫਟੀ ਲਈ ਵੀ ਪਾਉਂਦੇ ਨੇ। ਹਾਲਾਂਕਿ ਉੱਥੇ ਹਸਪੀਟਲ ਵਿੱਚ ਸਫਾਈ ਹੁੰਦੀ ਹੈ ਨਾ, ਪਰ ਜਿਹੜੇ ਕਰਮਚਾਰੀ ਨੇ ਸਫਾਈ ਕਰਦੇ ਨੇ ਉਹਨਾਂ ਨੂੰ ਪਤਾ ਨਹੀਂ ਹੁੰਦਾ ਉੱਥੇ ਕੀ ਕੂੜਾ ਹੋ ਸਕਦਾ, ਹਰ ਤਰ੍ਹਾਂ ਦਾ ਕੂੜਾ ਚੱਕਦੇ ਨੇ, ਹਨਾ। ਸੋ ਉਹਨਾਂ ਨੂੰ ਕਿਉਂ ਨਹੀਂ ਪ੍ਰੋਵਾਈਡ, ਜਿਹੜੀ ਸਰਕਾਰ ਵੱਲੋਂ ਪ੍ਰੋਵਾਈਡ ਕੀਤੀ ਬਟ ਮਿਲਦੀ ਕਿਉਂ ਨਹੀਂ ਪਈ? ਦੇਖੋ ਉਹਦੇ ਵਿੱਚ ਮੈਂ ਕਹਿੰਦਾ ਵੀ ਸਭ ਤੋਂ ਵੱਡੀ ਜਿਹੜੀ ਲਾਪਰਵਾਹੀ ਆ ਸਟੇਟ ਗਵਰਨਮੈਂਟ ਦੀ ਲਾਪਰਵਾਹੀ ਆ। ਸਟੇਟ ਗਵਰਨਮੈਂਟ ਦੀ ਲਾ ਲਓ, ਬਾਕੀ ਜਿਹੜੇ ਸੈਕਟਰੀ ਹੁੰਦੇ, ਸਟੇਟ ਸੈਕਟਰੀ, ਡਾਇਰੈਕਟਰ, ਲੋਕਲ ਲੈਵਲ ਤੇ ਆ ਜਾਓ, ਹਾਂਜੀ, ਕਮਿਸ਼ਨਰ ਲਾ ਲਓ, ਡਿਪਟੀ ਕਮਿਸ਼ਨਰ ਲਗਾ ਲਓ, ਉਹ ਸਾਰੇ ਆਫੀਸਰ ਕੀ ਹੁੰਦੇ ਆ ਕਿ ਉਹਦਾ ਇੱਕ ਬਕਾਇਦਾ ਇੱਕ ਜਨਰੇਟ ਫੰਡ ਹੁੰਦਾ ਹੈ। ਉਹ ਫੰਡ ਹਰ ਇੱਕ ਡਿਪਾਰਟਮੈਂਟ ਨੂੰ ਚਲਾ ਜਾਂਦਾ ਐਜ਼ ਪਰ ਪ੍ਰਪੋਰਸ਼ਨ, ਜੋ ਉਹਨਾਂ ਦਾ ਬਣਦਾ ਹੈ ਸਭ ਨੂੰ ਚਲਾ ਜਾਂਦਾ ਕਿ ਤੁਸੀਂ ਇਹਨਾਂ ਨੂੰ ਜੋ ਸੇਫਟੀ ਕਿੱਟ ਪ੍ਰੋਵਾਈਡ ਕਰਨੀ ਹੈ। ਪਰ ਉਹਦੇ ਟੈਂਡਰ ਬਣਦੇ ਵੀ ਆ, ਖੁੱਲ੍ਹਦੇ ਵੀ ਆ, ਪਰ ਸੇਫਟੀ ਕਿੱਟਾਂ ਪ੍ਰੋਵਾਈਡ ਨਹੀਂ ਕੀਤੀਆਂ ਜਾਂਦੀਆਂ, ਉਹ ਸਿਰਫ ਕਾਗਜ਼ਾਂ ਦੇ ਵਿੱਚ ਹੀ ਰਹਿ ਜਾਂਦੀਆਂ। ਤੇ ਇੰਨਾ ਵੱਡਾ ਸਕੈਮ ਜਿਹੜਾ ਆ ਸਫਾਈ ਸੇਵਕ ਦੇ ਫੀਲਡ ਦੇ ਵਿੱਚ ਸਭ ਤੋਂ ਵੱਡਾ ਸਕੈਮ ਜਿਹੜਾ ਕੀਤਾ ਜਾਂਦਾ ਹੈ। ਹਾਂਜੀ, ਜੇ ਤੁਸੀਂ ਚੈੱਕ ਕਰਕੇ ਦੇਖੋ ਵੀ ਇਹਨਾਂ ਦੀ ਸੇਫਟੀ ਕਿੱਟ ਤਾਂ ਹਰ ਮਹੀਨੇ ਹਰ ਸਾਲ ਬਣਦੀ ਹੈ, ਪਰ ਇਹਦੇ ਵਿੱਚ ਸਭ ਤੋਂ ਵੱਡਾ ਸਕੈਮ ਜੇ ਮੈਂ ਕਹਿੰਦਾ ਵੀ ਉਹ ਸਫਾਈ ਸੇਵਕ ਜਿਹੜੀ ਅਤੀ ਦਲਿਤ ਹੈ, ਅਤੀ ਪਿਛੜਿਆ ਵਰਗ ਹੈ, ਹਾਂਜੀ, ਔਰ ਸਭ ਤੋਂ ਜਿਹੜਾ ਨਿਮਨ ਵਰਗ ਦਾ ਕੰਮ ਕਰਦੇ ਆ, ਉਸ ਫੀਲਡ ਦੇ ਵਿੱਚ ਵੀ ਵੱਡੇ ਵੱਡੇ ਅਫਸਰ ਜਿਹੜਾ ਆ ਉਸ ਫੀਲਡ ਤੋਂ ਵੀ ਮਤਲਬ ਠੱਗੀ ਮਾਰ ਕੇ ਉਹ ਸਮਾਜ ਦੇ ਨਾਲ ਸ਼ੋਸ਼ਣ ਕਰਦੇ ਆ। ਸੋ ਜਿਹੜੀ ਇਹ ਤੁਸੀਂ ਕਿੱਟ ਬਾਰੇ ਗੱਲ ਕੀਤੀ ਹੈ, ਉਹ ਕਿੰਨੇ ਟਾਈਮ ਬਾਅਦ ਚੇਂਜ ਕਰਨ ਦਾ ਉਹ ਵੀ ਐਲਾਨ ਕੀਤਾ ਹੋਊਗਾ ਸਰਕਾਰ ਵੱਲੋਂ ਕਿ ਇੱਕ ਵਾਰੀ ਕਿੱਟ ਦੇਤੀ ਸੋ ਉਹ ਤਾਂ ਸਦਾ ਬਾਅਦ ਰਹਿਣੀ ਨਹੀਂ ਹੈ ਨਾ। ਸੋ ਕਿੰਨੇ ਸਮੇਂ ਵਾਸਤੇ ਕਿੱਟ ਹੁੰਦੀ ਹੈ, ਸੋ ਉਸ ਤੋਂ ਬਾਅਦ ਨਵੀਂ ਦਿੱਤੀ ਜਾਊਗੀ? ਕਿਉਂਕਿ ਸਫਾਈ ਚਾਲਕ ਨੇ ਤਾਂ ਰੋਜ਼ ਪਾਉਣੀ ਹੈ ਨਾ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿੱਥੇ ਕਿੱਦਾਂ ਦਾ ਕੂੜਾ ਸੋਦਾ। ਕਿੱਟ ਚੇਂਜ ਕਰਨ ਦਾ ਵੀ ਕੋਈ ਉਹਨਾਂ ਦੀ ਸਰਕਾਰ ਵੱਲੋਂ ਗਾਈਡਲਾਈਨ ਹੈਗੀ? ਦੇਖੋ ਜੀ, ਇਹ ਤਾਂ ਜਨਰਲੀ ਹੁਣ ਜਿਹੜਾ ਐਪੀਡੈਮਿਕ ਕੋਵਿਡ-19 ਐਪੀਡੈਮਿਕ ਕਰਕੇ ਜਿਹੜਾ ਇਹ ਤਾਂ ਜਨਰਲ ਰੂਲਸ ਆ ਗਏ ਆ ਕਿ ਯੂਜ਼ ਐਂਡ ਥਰੋ ਵਾਲਾ ਕੰਮ ਹੈ। ਗਲਵਜ਼ ਅੱਜ ਯੂਜ਼ ਕੀਤਾ ਨਾਲ ਹੀ ਥਰੋ ਕਰ ਦਿੱਤਾ, ਜਿਵੇਂ ਡਾਕਟਰ ਕਰਦਾ ਹੀ ਹੈ ਨਾ ਰੂਟੀਨ ਦੇ ਵਿੱਚ। ਡਾਕਟਰ ਇੱਕ ਪੇਸ਼ੈਂਟ ਨੂੰ ਚੈੱਕ ਕਰਦਾ ਆਪਣੀ 24 ਆਵਰ ਦੀ ਜਾਂ 12 ਆਵਰ ਦੀ ਡਿਊਟੀ ਕੰਪਲੀਟ ਕਰਨ ਤੋਂ ਬਾਅਦ ਉਹਨੂੰ ਕੂੜਾਦਾਨ 'ਚ ਸਿੱਟ ਦਿੰਦਾ। ਪਰ ਸਫਾਈ ਸੇਵਕ ਨੂੰ ਸ਼ਾਇਦ ਜਦੋਂ ਕਿਸੇ ਪੋਲੀਟੀਸ਼ੀਅਨ ਨੇ ਕੋਈ ਪ੍ਰੈਸ ਨੋਟ ਲਗਾਉਣਾ ਹੁੰਦਾ ਉਦੋਂ ਸੇਫਟੀ ਕਿੱਟ ਵੰਡਣ ਤੋਂ ਬਾਅਦ ਸ਼ਾਇਦ ਹੀ ਉਹਨੂੰ ਕੋਈ ਸੇਫਟੀ ਕਿੱਟ ਉਸ ਤੋਂ ਬਾਅਦ 'ਚੋਂ ਨਸੀਬ ਹੁੰਦੀ ਹੋਵੇ। ਸੋ ਜਿਵੇਂ ਆਪਾਂ ਗੱਲਬਾਤ ਕੀਤੀ ਸੇਫਟੀ ਕਿੱਟ ਬਾਰੇ, ਹਨਾ, ਉਹਨਾਂ ਨੂੰ ਆਪਣਾ ਬਣਦਾ ਹੱਕ ਨਹੀਂ ਮਿਲਦਾ। ਸੋ ਇਸੇ ਤਰ੍ਹਾਂ ਮੈਂ ਬਹੁਤਿਆਂ ਕੋਲੋਂ ਗੱਲਬਾਤ ਸੁਣੀ, ਸੋ ਡੈਟ ਇਸੇ ਕਰਕੇ ਮੈਂ ਇਹ ਜਿਹੜਾ ਟੌਪਿਕ ਅੱਜ ਚੁਣਿਆ ਤੁਹਾਡੇ ਕੋਲੋਂ ਕਿ ਐਡਵੋਕੇਟ ਬਹੁਤ ਬਰੀਫਲੀ, ਹਨਾ, ਇਸ ਟੌਪਿਕ ਨੂੰ ਐਕਸਪਲੇਨ ਕਰ ਸਕਦੇ ਨੇ। ਇੱਕ ਆਮ ਇਨਸਾਨ ਜਿਵੇਂ ਦੇਖਿਆ ਜਾਵੇ 300 ਰੁਪਏ ਦਿਹਾੜੀ ਸਰਕਾਰ ਵੱਲੋਂ ਐਲਾਨ ਹੈਗਾ ਨਾ, ਤਾਂ ਲਾ ਲਓ 9000 ਹੋ ਗਿਆ, ਬਟ ਇਹਨਾਂ ਨੂੰ ਅੱਧ ਤੀਜਾ ਹਿੱਸਾ ਕਿਉਂ ਦਿੱਤਾ ਜਾਂਦਾ? ਨਹੀਂ, ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਆ ਕਿ 300 ਰੁਪਏ ਜਿਹੜਾ ਸਰਕਾਰ ਨੇ ਇੱਕ ਰੇਟ ਤੇ ਰੱਖਿਆ ਪਿਆ, ਹਾਂਜੀ, ਵੀ ਇੱਕ ਵਰਕਰ ਦੇ ਲਈ, ਵਰਕਰ ਦਾ, ਇੱਕ ਦਿਹਾੜੀਦਾਰ ਬੰਦਾ, ਹਨਾ, ਇੱਕ ਆਮ ਦਿਹਾੜੀਦਾਰ ਅਨਸਕਿਲਡ ਬੰਦੇ ਲਈ, ਬਿਲਕੁਲ, ਤੇ ਵੀ ਅਨਸਕਿਲਡ ਦੇ ਵਿੱਚ ਆ ਜਾਂਦੇ ਆ। ਇਹਨਾਂ ਨੂੰ 3000 ਮਤਲਬ ਉਹਦਾ ਤੀਸਰਾ ਹਿੱਸਾ ਕਿਉਂ ਦਿੱਤਾ ਜਾਂਦਾ? ਹਾਂਜੀ, ਮੈਂ ਉਹਦੇ ਬਾਰੇ ਤੁਹਾਨੂੰ ਦੱਸਦਾ ਕਿ ਸਰਕਾਰ ਵੱਲੋਂ ਜਿਹੜਾ ਰੇਟ ਆ, ਹਾਂਜੀ, ਉਹ ਅਨਸਕਿਲਡ ਬੰਦੇ ਨੂੰ ਜਿਹੜਾ 9000 ਰੁਪਏ ਮਿਲਦਾ, ਅਨਸਕਿਲਡ ਬੰਦੇ ਨੂੰ। ਸਫਾਈ ਸੇਵਕ ਜੇ ਕਿਸੇ ਵੀ ਦਾਇਰੇ ਦੇ ਵਿੱਚ ਕੰਮ ਕਰੇਗਾ ਉਹਨੂੰ ਡੀਸੀ ਰੇਟ ਹੀ ਮਿਲੇਗਾ 9000 ਰੁਪਇਆ, ਠੀਕ ਹੈ ਨਾ। ਜੋ ਸਰਕਾਰ ਐਸ ਪਰ ਜੋ ਸੈਂਟਰ ਰੂਲਿੰਗ ਹੋਏਗੀ, ਸਟੇਟ ਰੂਲਿੰਗ ਹੋਏਗੀ,
ਐਨੂਅਲੀ ਇਹਨੂੰ ਰਿਵਾਈਜ਼ ਕਰਦੇ ਰਹਿੰਦੇ ਆ, ਉਹ 'ਚ ਐਡੀਸ਼ਨ ਹੁੰਦੀ ਰਹਿੰਦੀ ਆ। ਪਰ ਇਹਨਾਂ ਨੂੰ 3000 ਕਿਉਂ ਮਿਲਦਾ ਜਾਂ 4000 ਕਿਉਂ ਮਿਲਦਾ, ਜਾਂ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਦੇ ਵਿੱਚ ਇਹਨਾਂ ਨੂੰ 5-5000 ਰੁਪਏ ਤਨਖਾਹ ਦੇ ਕੇ ਇਹਨਾਂ ਨੂੰ ਸੈਟੀਸਫਾਈ ਕਰ ਦਿੱਤਾ ਜਾਂਦਾ ਹੈ। ਕਿਉਂਕਿ ਖਾਸ ਕਰਕੇ ਮੈਂ ਤੁਹਾਨੂੰ ਦੱਸਿਆ ਕਿ ਸਫਾਈ ਦਾ ਪੇਸ਼ਾ ਇੱਕ ਵਾਲਮੀਕੀ ਸਮਾਜ ਦੇ ਨਾਲ ਜੁੜਾ ਗਿਆ। ਬਿਲਕੁਲ। ਵਾਲਮੀਕੀ ਸਮਾਜ ਦੇ ਵਿੱਚ ਜਿੰਨੇ ਵੀ ਸਫਾਈ ਸੇਵਕ ਹੈ, ਉਹਦਾ ਜਿਹੜਾ ਸੁਪਰਵਾਈਜ਼ਰ ਲਾਇਆ ਜਾਂਦਾ ਉਹ ਵੀ ਵਾਲਮੀਕੀ ਭਾਈਚਾਰੇ ਦਾ ਲਾਇਆ ਜਾਂਦਾ। ਹਾਂਜੀ ਬਿਲਕੁਲ। ਉਹਦਾ ਜਿਹੜਾ ਸੁਪਰਵਾਈਜ਼ਰ ਹੁੰਦਾ ਹੈ, ਤੇ ਸੁਪਰਵਾਈਜ਼ਰ ਜਿਹੜਾ ਕੋਆਰਡੀਨੇਟ ਕਰਦਾ ਜਾਂ ਕੋਆਪਰੇਟ ਕਰਦਾ, ਉਹ ਸੈਂਟਰੀ ਇੰਸਪੈਕਟਰ ਨਾਲ ਕੋਆਪਰੇਟ ਕਰਦਾ। ਓਕੇ। ਤੇ ਜਿਹੜਾ ਸੈਂਟਰੀ ਇੰਸਪੈਕਟਰ ਹੁੰਦਾ ਉਹ ਜ਼ਿਆਦਾਤਰ, ਤੇ ਸੈਂਟਰੀ ਸੁਪਰਵਾਈਜ਼ਰ ਹੁੰਦੇ, ਇਹ ਸਾਰੇ ਸੈਂਟਰੀ ਸੁਪਰਵਾਈਜ਼ਰ ਜ਼ਿਆਦਾਤਰ ਵਾਲਮੀਕੀ ਸਮਾਜ ਤੋਂ ਹੀ ਹੁੰਦਾ। ਉਹ ਥੋੜਾ ਜ਼ਿਆਦਾ ਚਲਾਕ ਹੁੰਦਾ, ਸਾਡੇ ਸਮਾਜ ਦੇ ਵਿੱਚੋਂ ਜ਼ਿਆਦਾ ਚਲਾਕ ਹੁੰਦਾ। ਉਹਨੇ ਸੈਂਟਰੀ ਇੰਸਪੈਕਟਰ ਨਾਲ ਗੱਲ ਕਰਕੇ ਉਹਨੂੰ ਪਤਾ ਲੱਗ ਜਾਣਾ ਕਿ ਇਹਨਾਂ ਨੂੰ ਤੁਸੀਂ 9000 ਨਾ ਦਿਓ, ਇਹਨਾਂ ਨੂੰ 5000 ਦਿਓ, ਬਾਕੀ ਮੈਂ ਦਬਕਾ ਮਾਰ ਕੇ ਸੈਟਲ ਕਰ ਲੂੰਗਾ। ਕਿਉਂਕਿ ਜਿੰਨੀ ਦੇਰ ਤੱਕ ਸਾਡੀਆਂ ਅੰਦਰਲੀਆਂ ਕਮਜ਼ੋਰੀਆਂ ਹੀ ਨਹੀਂ ਬਾਹਰ ਆਉਣਗੀਆਂ, ਸਾਨੂੰ ਲੋਕਾਂ ਨੂੰ ਪਤਾ ਹੀ ਨਹੀਂ ਲੱਗੇਗਾ ਅੰਦਰਲੀਆਂ ਕਮਜ਼ੋਰੀਆਂ ਕੀ ਹੈ। ਸਾਡੀ ਅੰਦਰਲੀ ਕਮਜ਼ੋਰੀ ਸੈਂਟਰੀ ਸੁਪਰਵਾਈਜ਼ਰ ਹੈ, ਸੈਂਟਰੀ ਇੰਸਪੈਕਟਰ ਹੈ, ਜਿਹੜੇ ਸਾਡੇ ਵਾਲਮੀਕੀ ਸਮਾਜ ਦੇ ਵਿੱਚ ਕੋਨ ਵਾਂਗੂ ਖਾ ਰਹੇ ਆ। ਇਹ ਉਹ ਜਿਹੜੇ ਸਫਾਈ ਸੇਵਕਾਂ ਚੋਂ ਥੋੜਾ ਜਿਹਾ 10ਵੀਂ ਪੜ੍ਹ ਜਾਂਦੇ ਆ ਜਾਂ 12ਵੀਂ ਪੜ੍ਹ ਕੇ, ਹਾਂ, ਉਹਨਾਂ ਨੂੰ ਕੀ ਕਰਦੇ ਆ, ਇਹ ਦਫ਼ਤਰਾਂ ਦੇ ਵਿੱਚ ਚਾਪਲੂਸੀਆਂ ਕਰਕੇ ਆਪਣੇ ਆਪ ਨੂੰ ਸੈਂਟਰੀ ਸੁਪਰਵਾਈਜ਼ਰ ਬਣਾ ਲੈਂਦੇ ਆ, ਤੇ ਸਫਾਈ ਸੇਵਕਾਂ ਦਾ ਹੀ ਸ਼ੋਸ਼ਣ ਕਰਾਉਣਾ ਸ਼ੁਰੂ ਕਰ ਦਿੰਦੇ ਆ। ਓਕੇ। ਔਰ ਇਹ ਸ਼ੋਸ਼ਣ ਕਰਾਉਣਾ ਸ਼ੁਰੂ ਕਰ ਦਿੰਦੇ ਆ। ਫਿਰ ਜਦੋਂ ਇਹੀ ਸਫਾਈ ਸੇਵਕ ਕਿਤੇ ਧਰਨਾ ਲਾਉਣਾ ਚਾਹੁੰਦੇ ਆ, ਇਹ ਜਿਹੜੇ ਸੈਂਟਰੀ ਸੁਪਰਵਾਈਜ਼ਰ ਹੁੰਦੇ ਆ ਜਾਂ ਸੈਂਟਰੀ ਇੰਸਪੈਕਟਰ ਹੁੰਦਾ ਹੈ, ਹਾਂਜੀ, ਇਹਨਾਂ ਨੇ ਮਿਲ ਕੇ ਉਹਨਾਂ ਨੂੰ ਧੱਕਾ ਮਾਰ ਦੇਣਾ ਵੀ ਤੂੰ ਧਰਨਾ ਨਹੀਂ ਲਾਉਣਾ, ਨਾ ਸਟੇਟ ਦੇ ਖਿਲਾਫ ਲਾਉਣਾ, ਨਾ ਟੀਸੀ ਦੇ ਖਿਲਾਫ ਲਾਉਣਾ, ਨਾ ਕਮਿਸ਼ਨਰ, ਨਾ ਈਓ, ਕਿਸੇ ਦੇ ਖਿਲਾਫ ਨਹੀਂ ਲਾਉਣਾ। ਮਤਲਬ ਗੱਲ ਅੰਦਰ ਦੀ ਅੰਦਰ ਦੱਬ ਦੇਣੀ, ਉਹਨਾਂ ਦੀ ਗੱਲ ਅੰਦਰ ਦੀ ਅੰਦਰ ਦੱਬ ਦੇਣੀ। ਇਹ ਜੋ ਸੱਚ ਹੈ, ਇਹਦੇ ਵਿੱਚ ਤੁਸੀਂ ਮੈਂ ਸਾਰੇ ਜਿੰਨੇ ਵੀ ਮਹਾਨਗਰ ਹੈ, ਬਿਲਕੁਲ ਮਹਾਨਗਰ, ਪੰਜਾਬ ਦੇ ਮਹਾਨਗਰ ਆ, ਪੰਜਾਬ ਦੇ ਮਹਾਨਗਰਾਂ ਦੇ ਵਿੱਚ ਜਿਹੜਾ ਵਾਲਮੀਕੀ ਸਮਾਜ ਦਾ ਸ਼ੋਸ਼ਣ ਹੀ ਵਾਲਮੀਕੀ ਸਮਾਜ ਕਰ ਰਿਹਾ। ਹਾਂਜੀ ਬਿਲਕੁਲ। ਜਦੋਂ ਕੋਈ ਵੀ ਸਫਾਈ ਸੇਵਕ ਉਹਦੀ ਆਵਾਜ਼ ਚੱਕਣ ਜਾਂਦਾ ਹੈ, ਤੇ ਉਹਦੀ ਆਵਾਜ਼ ਦਬਾਉਣ ਵਾਲਾ ਹੀ ਪਹਿਲਾਂ ਸਫਾਈ ਸੇਵਕ ਹੈ। ਬਿਲਕੁਲ, ਜੋ ਕੋਈ ਸੇਮ ਭਾਈਚਾਰੇ ਚੋਂ, ਸੇਮ ਭਾਈਚਾਰੇ ਚੋਂ। ਇਹ ਕਮਜ਼ੋਰੀ ਦਾ ਵੱਡੇ ਅਫਸਰ ਫਾਇਦਾ ਉਠਾਉਂਦੇ ਆ। ਓਕੇ। ਇਹ ਕਮਜ਼ੋਰੀ ਦਾ ਮਤਲਬ ਕਿ ਜਿਹੜੇ ਦੱਬੀ ਜਾਂਦੀ ਦੂਸਰੇ ਇਨਸਾਨ ਦੀ ਆਵਾਜ਼, ਹਨਾ, ਜੋ ਜਿਹੜਾ ਮਾੜਾ ਮੋਟਾ ਪੜ੍ਹ ਲਿਖ ਜਾਂਦਾ ਉਹਨੂੰ ਅਫਸਰ ਆਪਣੇ ਦਬੋਚ ਵਿੱਚ ਲੈ ਲੈਂਦੇ, ਹਨਾ। ਦਬੋਚ ਦੇ ਵਿੱਚ ਨਹੀਂ ਲੈਂਦੇ ਉਹਨਾਂ ਨੂੰ, ਇਹ ਆਪ ਉਹਨਾਂ ਕੋਲ ਜਾਂਦਾ, ਇਹ ਆਪ ਸਾਡਾ ਜਿਹੜਾ ਪੜ੍ਹਿਆ ਲਿਖਿਆ ਬੰਦਾ ਹੈ, ਇਹ ਉਹਨਾਂ ਕੋਲ ਜਾ ਕੇ ਉਹਨਾਂ ਦੀ ਮੁਖਬਰੀ ਕਰਦਾ, ਉਹਨਾਂ ਦੀ ਚਾਪਲੂਸੀ ਕਰਦਾ। ਇਹਨੇ ਆਪਣਾ ਘਰ ਸੈੱਟ ਕਰ ਲੈਣਾ। ਬਿਲਕੁਲ। ਸੈਂਟਰੀ ਸੁਪਰਵਾਈਜ਼ਰ ਨੇ ਆਪਣਾ ਘਰ ਸੈੱਟ ਕਰਕੇ ਉਹ ਜਿੰਨੇ ਸਫਾਈ ਸੇਵਕ ਉਹਨਾਂ ਦੀ ਬਲੀ ਦੇ ਦੇਣੀ ਹੈ। ਤੁਸੀਂ ਜਲੰਧਰ ਦੇਖ ਲਓ, ਤੁਸੀਂ ਲੁਧਿਆਣਾ ਦੇਖ ਲਓ, ਤੁਸੀਂ ਅੰਮ੍ਰਿਤਸਰ ਦੇਖ ਲਓ, ਤੁਸੀਂ ਜਿੰਨੇ ਵੀ ਮਹਾਨਗਰ ਦੇਖ ਲਓਗੇ, ਜਿਹੜਾ ਸੈਂਟਰੀ ਸੁਪਰਵਾਈਜ਼ਰ ਹੋਊਗਾ ਉਹਦੇ ਹਾਲਾਤ ਵਾਲਮੀਕੀ ਜਿਹੜਾ ਸਫਾਈ ਸੇਵਕ ਆ ਉਹਦੇ ਨਾਲੋਂ ਕਿਤੇ ਗੁਣਾ ਖਰੇ ਹੋਊਗੇ। ਹੈ ਤਾਂ ਉਹ ਵੀ ਸਫਾਈ ਸੇਵਕ। ਬਿਲਕੁਲ। ਉਹਦੇ ਘਰ ਦੇ ਹਾਲਾਤ, ਉਹਦੇ ਇਕਨੋਮਿਕਲੀ, ਉਹਦੇ ਫਾਈਨੈਂਸ਼ਲੀ ਸਾਰੇ ਹਾਲਾਤ ਉਹਦੇ ਸੈੱਟ ਹੋਣਗੇ। ਕਿਉਂ ਹੋਣਗੇ? ਉਹਦੇ ਪੋਲੀਟੀਕਲ ਟਾਈ ਅਪ ਬਣ ਜਾਂਦੇ ਆ, ਉਹਦੇ ਆਪਣੇ ਅਫਸਰਾਂ ਨਾਲ ਡੀਪ ਲਿੰਕ ਬਣ ਜਾਂਦੇ ਆ। ਡੀਪ ਲਿੰਕ ਬਣਨ ਦੇ ਕਾਰਨ ਉਹ ਸਾਡੀ ਜਿਹੜੇ ਸਫਾਈ ਸੇਵਕ ਆ ਉਹਦੀ ਆਵਾਜ਼ ਨੂੰ ਹੀ ਨਹੀਂ ਉੱਠਣ ਦਿੰਦੇ। ਜਿਹੜਾ ਕੋਈ ਬੰਦਾ ਵਿਦਰੋਹ ਚੱਕਣਾ ਚਾਹੁੰਦਾ ਉਹ ਪਹਿਲਾਂ ਜਾ ਕੇ ਉਹਨੂੰ ਸਸਪੈਂਡ ਕਰਾ ਦਿੰਦੇ ਵੀ ਸਰ ਇਹ ਬੰਦੇ ਕੱਲ ਐਜੀਟੇਸ਼ਨ ਕਰਨਗੇ ਵੀ ਆਹ ਪ੍ਰਧਾਨ ਆ, ਉਹ ਅੰਦਰੋਂ ਹੀ ਬਿਠਾ ਕੇ ਉਹਨਾਂ ਦੀ ਸੈਟਲਮੈਂਟ ਕਰਾ ਲੈਂਦੇ। ਅੱਜ ਪੰਜਾਬ ਦੇ ਇਹ ਹਾਲਾਤ ਹੋ ਗਏ ਆ ਕਿ 20 ਸਾਲ ਹੋ ਗਏ ਸਫਾਈ ਸੇਵਕਾਂ ਨੂੰ। ਬਿਲਕੁਲ। 9000 ਰੁਪਇਆ ਤਨਖਾਹ ਲੈ ਕੇ ਇਹਨਾਂ ਦਾ ਘਰ ਦਾ ਗੁਜ਼ਾਰਾ ਚੱਲ ਰਿਹਾ। 9000 ਰੁਪਇਆ ਲੈ ਕੇ। ਇਹ ਸਿਰਫ ਮਹਾਨਗਰਾਂ ਦੀਆਂ ਗੱਲਾਂ ਆ, ਮਹਾਨਗਰਾਂ ਦੀਆਂ। ਜੇ ਤੁਸੀਂ ਬਠਿੰਡਾ ਚਲ ਜਾਓ, ਮਾਨਸਾ ਚਲ ਜਾਓ, ਸੰਗਰੂਰ ਚਲ ਜਾਓ, ਅਬੋਹਰ ਚਲ ਜਾਓ, ਫਾਜ਼ਿਲਕਾ ਚਲ ਜਾਓ, ਉਹਨਾਂ ਏਰੀਆ ਦੇ ਵਿੱਚ ਤਾਂ 4-4000 ਰੁਪਏ ਤਨਖਾਹ ਦੇ ਕੇ ਸਾਰੀ ਜਾਂਦੇ ਪਏ। ਸੋ ਇਹਨਾਂ ਵਿੱਚ ਵੀ ਅਗਰ ਤੁਸੀਂ ਜਿਵੇਂ ਦੱਸਿਆ ਕਿ ਨਾ ਸੇਮ ਭਾਈਚਾਰੇ ਦਾ ਬੰਦਾ ਆਪਣੇ ਭਾਈਚਾਰੇ ਨੂੰ ਦੱਬ ਲੈਂਦਾ, ਹਨਾ। ਸੋ ਜਿਹੜਾ ਸਫਾਈ ਕਰਦਾ ਕਰਮਚਾਰੀ ਆ ਉਹ ਵੀ ਜਦੋਂ ਆਪਣੀ ਆਵਾਜ਼ ਚੱਕਣ ਦੀ ਕੋਸ਼ਿਸ਼ ਕਰਦਾ, ਉਹ ਅੰਦਰ ਬਹਿ ਕੇ ਸੈਟਲਮੈਂਟ ਕਰਨ, ਜਿਵੇਂ ਤੁਸੀਂ ਦੱਸਿਆ। ਬਿਲਕੁਲ। ਸੋ ਇਹਨਾਂ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਆਪਸ ਵਿੱਚ ਹੀ ਕਸੂਰ ਹੀ ਹੋ ਗਿਆ, ਹਨਾ। ਨਹੀਂ, ਇਹਦੇ ਵਿੱਚ ਕਸੂਰ ਦੀ ਨਹੀਂ ਗੱਲ। ਜਦੋਂ ਆਵਾਜ਼ ਚੱਕਣ ਦੀ ਵਾਰੀ ਹੁੰਦੀ ਹੈ, ਫਿਰ ਉਹ ਅਗਲਾ ਬੰਦਾ ਆ ਕੇ ਉਹਨਾਂ ਨੂੰ ਆਪਣੇ ਵਸ਼ ਵਿੱਚ ਲੈ ਕੇ ਨਾ ਜਿਵੇਂ ਕਿਸੇ ਵੀ ਤਰੀਕੇ ਨਾਲ ਸੈਟਲਮੈਂਟ ਅੰਦਰ ਹੀ ਕਰ ਲੈਂਦਾ, ਹਨਾ। ਫਿਰ ਆਵਾਜ਼ ਚੱਕ ਹੀ ਨਹੀਂ ਹੋਈ। ਮੈਂ ਤੁਹਾਨੂੰ ਦੱਸਦਾ ਜੀ ਵੀ ਜਨਰਲੀ ਕੀ ਗੱਲ ਹੁੰਦੀ ਆ ਕਿ ਤੁਸੀਂ ਸਫਾਈ ਸੇਵਕ ਹੋ। ਹਾਂਜੀ। ਸਰਕਾਰ ਨੇ ਤੁਹਾਡੀ ਜਿਹੜੀ ਸੈਲਰੀ ਹੈ ਉਹ ਲਗਾਈ ਹੈ 9000 ਰੁਪਇਆ ਪਰ ਮੰਥ। ਤੁਸੀਂ 9000 ਰੁਪਇਆ ਐਜ਼ ਅ ਮਿਨੀਮਮ ਵੇਜਸ ਲੈਣਾ ਹੈ, ਨਿਊਨਤਮ ਤਨਖਾਹ ਜਿਹਨੂੰ ਕਿਹਾ ਜਾਂਦਾ ਹੈ।
ਕਾਨੂੰਨੀ ਤੌਰ ਤੇ ਬਿਲਕੁਲ ਉਹ ਤੁਹਾਡਾ ਲੀਗਲ ਰਾਈਟ ਹੈ, ਲੀਗਲ ਐਂਡ ਫੰਡਾਮੈਂਟਲ ਰਾਈਟ ਹੈ ਤੁਹਾਡਾ। ਓਕੇ ਜੇ ਤੁਹਾਨੂੰ ਉਹ ਤਨਖਾਹ ਨਹੀਂ ਮਿਲਦੀ ਤਾਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਰੈਮੇਡੀ ਹੈਗੀ ਆ ਹਿਊਮਨ ਰਾਈਟ ਕਮਿਸ਼ਨ ਦੇ ਵਿੱਚ। ਹਿਊਮਨ ਰਾਈਟ ਜੀ ਓਕੇ ਠੀਕ ਹੈ ਜੀ। ਹਿਊਮਨ ਰਾਈਟ ਕਮਿਸ਼ਨ ਤੇ ਤੁਸੀਂ ਕੰਪਲੇਂਟ ਫਾਈਲ ਕਰ ਸਕਦੇ ਹੋ ਵੀ ਅਸੀਂ ਜਿਹੜੀ ਆ ਆਪਣੀ ਸੈਲਰੀ ਬਿਲੋ ਟੂ ਜਿਹੜੀ ਆ ਮਿਨੀਮਮ ਵੇਜਸ ਲੈ ਰਹੇ ਆ। ਜੇ ਤੁਹਾਨੂੰ ਉੱਥੋਂ ਸੈਟੀਸਫੈਕਸ਼ਨ ਨਹੀਂ ਹੈਗੀ, ਲੇਬਰ ਕਮਿਸ਼ਨ ਡਿਸਟ੍ਰਿਕਟ ਲੈਵਲ ਤੇ ਹੁੰਦਾ। ਹਾਂਜੀ ਐਟ ਦੀ ਐਂਡ ਜਿਹੜੀ ਆ ਸਪੈਸ਼ਲ ਇਸ ਫੀਲਡ ਨੂੰ ਜਸਟਿਸਫਾਈ ਕਰਨ ਦੇ ਲਈ, ਇਹਨਾਂ ਨੂੰ ਰਾਈਟ ਦੇਣ ਦੇ ਲਈ ਹਰ ਸਟੇਟ ਦੇ ਵਿੱਚ ਸਫਾਈ ਕਰਮਚਾਰੀ ਕਮਿਸ਼ਨ, ਹਾਂਜੀ ਸਫਾਈ ਕਰਮਚਾਰੀ ਕਮਿਸ਼ਨ ਹੈ। ਉਹ ਸਫਾਈ ਕਰਮਚਾਰੀ ਕਮਿਸ਼ਨ ਨੂੰ ਤੁਸੀਂ ਅਪਰੋਚ ਕਰ ਸਕਦੇ ਹੋ ਬਿਲਕੁਲ ਕਿ ਸਾਡੇ ਨਾਲ ਵਿਤਕਰਾ ਹੋ ਰਿਹਾ, ਸਾਨੂੰ ਕਾਨੂੰਨੀ ਤੌਰ ਤੇ ਸਾਡਾ ਇਹ ਮੁਆਵਜ਼ਾ ਜਿਹੜਾ ਨਹੀਂ ਮਿਲ ਰਿਹਾ। ਨਹੀਂ ਮਿਲ ਰਿਹਾ, ਪਰ ਇਹ ਸਿਰਫ ਲੀਗਲ ਅਵੇਅਰਨੈਸ ਦੇ ਨਾਲ ਹੋਣਾ ਹੈ ਨਾ। ਕਾਨੂੰਨੀ ਸਮਝ ਬੂਝ ਹੋਏਗੀ। ਮੈਂ ਦੇਖਦਾ ਕਿ ਜਿੰਨੇ ਵਾਲਮੀਕੀ ਸਮਾਜ ਦਾ ਭਾਈਚਾਰਾ ਹੈ, ਸਾਡਾ ਭਾਈਚਾਰਾ ਹੈ, ਹਾਂਜੀ ਉਹ ਸਫਾਈ ਸੇਵਕ ਦਾ ਕੰਮ ਕਰ ਰਿਹਾ, ਪਰ ਉਹਨੂੰ ਇਹ ਨਹੀਂ ਪਤਾ ਵੀ ਮੇਰਾ ਅਧਿਕਾਰ ਹੈ ਕਿੱਥੇ ਹੈ, ਮੈਂ ਜਾਣਾ ਕਿੱਥੇ ਹੈ। ਬਿਲਕੁਲ ਜੇ ਉਹਨਾਂ ਦੇ ਕੋਲ ਕਿਤੇ ਇਹ ਜਿਹੜੇ ਮੈਂ ਨਾਮ ਲਿੱਤੇ ਆ ਤੁਹਾਨੂੰ ਰੈਮੇਡੀਜ਼ ਜਿਹੜੇ ਇੰਸਟੀਟਿਊਸ਼ਨ ਆ, ਹਾਂਜੀ ਉਹ ਅਪਰੋਚ ਕਰਦੇ ਆ। ਮੰਨ ਲਓ ਵੀ ਸਫਾਈ ਕਰਮਚਾਰੀ ਕਮਿਸ਼ਨ ਹੈ, ਉਹ ਕਿਤੇ ਜਾ ਕੇ ਇਹਨਾਂ ਦੇ ਡਿਸਟ੍ਰਿਕਟ ਵਾਈਜ਼ ਵਿਜ਼ਿਟ ਕਰਦਾ ਹੈ। ਵਿਜ਼ਿਟ ਕਰਨ ਤੋਂ ਬਾਅਦ ਜਦੋਂ ਉਹਨਾਂ ਦੀ ਕੰਪਲੇਂਟ ਰਿਸੀਵ ਕਰਦਾ ਕਿ ਠੀਕ ਹੈ ਜੀ ਮੈਂ ਇਹਦੇ ਉੱਪਰ ਐਕਸ਼ਨ ਲਵਾਂਗਾ, ਤੁਹਾਨੂੰ ਤੁਹਾਡਾ ਰਾਈਟ ਲੈ ਕੇ ਦੇਣਾ। ਪਰ ਕੀ ਹੁੰਦਾ ਹੈ ਕਿ ਉਹਦੇ ਵਿੱਚ ਜਿਹੜੇ ਸਾਡੇ ਲੀਡਰ ਹੈ, ਲੋਕਲ ਲੀਡਰ, ਪੋਲੀਟੀਸ਼ੀਅਨ ਦੇ ਦਬਾਅ ਦੇ ਨਾਲ, ਜਿਹੜੇ ਉਹ ਸੈਂਟਰੀ ਸੁਪਰਵਾਈਜ਼ਰ ਹੈ, ਮਿਲੀ ਭੁਗਤ ਦੇ ਨਾਲ, ਉਹ ਸਫਾਈ ਸੇਵਕ ਤੇ ਸਿਵਰਮੈਨ ਤੇ ਐਡਾ ਵੱਡਾ ਦਬਾਅ ਪਾ ਦੂਗੇ ਤੂੰ ਕੰਪਲੇਂਟ ਵਾਪਸ ਲੈ ਲੈ, ਓਕੇ ਤੂੰ ਆਪਣੀ ਕੰਪਲੇਂਟ ਵਾਪਸ ਲੈ ਲੈ। ਤੇ ਕਈ ਹਾਲਾਤਾਂ ਦੇ ਵਿੱਚ ਉਹ ਸਫਾਈ ਸੇਵਕ ਜਿਹੜਾ ਆ ਆਪਣਾ ਕਾਨੂੰਨੀ ਅਧਿਕਾਰ ਲੈ ਹੀ ਨਹੀਂ ਸਕਦਾ। ਮੈਂ ਕਹਿੰਦਾ ਜੀ ਸਭ ਤੋਂ ਵੱਡਾ ਜਿਹੜਾ ਜੁਰਿਡਿਕਸ਼ਨ ਆ ਆਰਟੀਕਲ 32 ਹਾਂਜੀ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਹੈ। ਆਰਟੀਕਲ 226 ਠੀਕ ਹੈ, ਉਹਦੇ ਵਿੱਚ ਆਪਾਂ ਹਾਈ ਕੋਰਟ 'ਚ ਜਾ ਸਕਦੇ ਹਾਂ। ਆਰਟੀਕਲ 32 ਦੇ ਵਿੱਚ ਆਪਾਂ ਸੁਪਰੀਮ ਕੋਰਟ ਜਾ ਸਕਦੇ ਹਾਂ। ਡਾਇਰੈਕਟ ਰਸਤੇ ਆ ਸਾਡੇ ਕੋਲ, ਡਾਇਰੈਕਟ ਮੈਸੇਜ ਓਕੇ ਹਾਂ ਮਤਲਬ ਕਿ ਜਿਹੜਾ ਆਮ ਇਨਸਾਨ ਜਾ ਸਕਦਾ ਡਾਇਰੈਕਟ, ਕਿਉਂਕਿ ਕੋਰਟ ਨੂੰ ਅਪਰੋਚ ਕਰਨ ਦੇ ਲਈ ਤੁਹਾਡੇ ਕੋਲ ਕੋਈ ਨਾ ਕੋਈ ਇਸ਼ੂਜ਼ ਹੋਣਾ ਚਾਹੀਦਾ ਹੈ। ਜਦੋਂ ਤੁਹਾਡਾ ਫੰਡਾਮੈਂਟਲ ਇਸ਼ੂ ਆ ਗਿਆ ਕਿ ਤੁਸੀਂ ਮਿਨੀਮਮ ਵੇਜਸ ਤੁਹਾਨੂੰ ਨਹੀਂ ਮਿਲ ਰਿਹਾ, ਤੁਹਾਡਾ ਐਕਸਪਲੋਇਟੇਸ਼ਨ ਹੋ ਰਿਹਾ, ਬਿਲਕੁਲ ਕਾਸਟ ਬੇਸ ਤੇ ਹੋ ਰਿਹਾ, ਠੀਕ ਹੈ ਜੀ, ਤੁਹਾਨੂੰ ਐਕਸਪਲੋਇਟ ਕੀਤਾ ਜਾ ਰਿਹਾ, ਤੁਹਾਨੂੰ ਇਕੱਲੀ ਟਰੀਟ ਨਹੀਂ ਕੀਤਾ ਜਾ ਰਿਹਾ, ਬਰਾਬਰ ਤਰੀਕੇ ਦੇ ਨਾਲ ਤੁਹਾਨੂੰ ਤੁਹਾਡੀ ਤਨਖਾਹ ਨਹੀਂ ਦਿੱਤੀ ਜਾ ਰਹੀ, ਤੇ ਹਾਈ ਕੋਰਟ ਦਾ ਦਰਵਾਜ਼ਾ ਤਾਂ ਖੁੱਲ੍ਹਾ ਹੈ, ਸੁਪਰੀਮ ਕੋਰਟ ਦਾ ਦਰਵਾਜ਼ਾ ਵੀ ਖੁੱਲ੍ਹਾ ਹੈ। ਉੱਥੇ ਜਾਣ ਤੋਂ ਰੋਕਦਾ ਕੌਣ ਹੈ? ਸਫਾਈ ਸੇਵਕ ਤਾਂ ਇੰਨਾ ਦਲੇਰ ਹੈ, ਇੰਨਾ ਬਹਾਦਰ ਹੈ, ਉਹ ਖੜਨਾ ਚਾਹੁੰਦਾ ਹੈ ਕਿਉਂਕਿ ਉਹਦਾ 4000 ਨਾਲ 5000 ਨਾਲ ਘਰ ਨਹੀਂ ਬਣਦਾ ਬਿਲਕੁਲ। ਪਰ ਉਹਨੂੰ ਰੋਕਣ ਵਾਲਾ ਕੌਣ ਹੈ? ਉਹਦੇ ਆਪਣੇ ਹੀ ਭਾਈਚਾਰੇ ਦਾ ਬੰਦਾ, ਆਪਣੇ ਭਾਈਚਾਰੇ ਦਾ। ਉਹਨੂੰ ਡਰਾਉਂਦੇ ਆ ਕਿ ਤੈਨੂੰ ਨੌਕਰੀ ਤੋਂ ਕੱਢ ਦੇਣਗੇ। ਬਿਲਕੁਲ ਜਿਸ ਬੰਦੇ ਦਾ ਹਾਈ ਕੋਰਟ ਦੇ ਵਿੱਚ ਕੇਸ ਪੈਂਡਿੰਗ ਹੋਏਗਾ ਕਿ ਕਾਰਪੋਰੇਸ਼ਨ, ਨਗਰ ਕੌਂਸਲ, ਨਗਰ ਪੰਚਾਇਤ ਐਡੀ ਵੱਡੀ ਹਿੰਮਤ ਕਰ ਲੇਗੀ ਕਿ ਉਹਨੂੰ ਨੌਕਰੀ ਚੋਂ ਬਾਹਰ ਕੱਢ ਦੇਗੀ। ਬਿਲਕੁਲ ਤੁਸੀਂ ਮੈਨੂੰ ਦੱਸੋ ਵੀ ਸਭ ਤੋਂ ਵੱਡਾ ਜਿਹੜਾ ਆਪਾਂ ਕਹਿ ਸਕਦੇ ਆ ਵੀ ਸੁਪਰੀਮ ਆ ਸਾਡੀ ਸਟੇਟ ਦੇ ਵਿੱਚ, ਉਹ ਹਾਈ ਕੋਰਟ ਹੈ। ਹਾਂਜੀ ਬਿਲਕੁਲ। ਉਸ ਤੋਂ ਵੱਡਾ ਜਿਹੜਾ ਸੁਪਰੀਮ ਕੋਰਟ ਆਫ ਇੰਡੀਆ, ਜਦੋਂ ਡਾਇਰੈਕਟ ਤੁਹਾਨੂੰ ਉਹਦੇ ਰਸਤੇ ਮਿਲਦੇ ਪਿਆ, ਤੁਸੀਂ ਉੱਥੇ ਜਾਓ, ਜਾ ਕੇ ਆਪਣਾ ਅਧਿਕਾਰ ਲੈ ਕੇ ਦਿਓ। ਬਾਬਾ ਸਾਹਿਬ ਅੰਬੇਡਕਰ ਨੇ ਸੰਵਿਧਾਨ ਬਣਾਇਆ ਕਿਉਂ ਸੀਗਾ? ਬਿਲਕੁਲ ਹੈ ਨਾ ਜੀ। ਬਾਬਾ ਸਾਹਿਬ ਅੰਬੇਡਕਰ ਅੱਜ ਆਪਾਂ ਕਹਿ ਸਕਦੇ ਹਾਂ ਵੀ ਸਾਡੇ ਕੋਲ ਨਹੀਂ ਅਵੇਲੇਬਲ ਨਹੀਂ ਹੈਗੇ। ਅਸੀਂ ਕਹਿੰਦੇ ਵੀ ਬਾਬਾ ਸਾਹਿਬ ਅੰਬੇਡਕਰ ਦਾ ਅਸੀਂ ਪ੍ਰੀ-ਨਿਰਵਾਣ ਦਿਵਸ ਮਨਾਉਂਦੇ ਹਾਂ, ਬਾਬਾ ਸਾਹਿਬ ਨਹੀਂ ਹੈਗੇ, ਪਰ ਉਹਨਾਂ ਦੀ ਜਿਹੜੀ ਸੰਵਿਧਾਨ ਹੈ, ਉਹਨਾਂ ਦਾ ਜਿਹੜਾ ਸੰਵਿਧਾਨ ਹੈ, ਉਹ ਅੱਜ ਵੀ ਕਿਤੇ ਨਾ ਕਿਤੇ ਲੋਕਾਂ ਨੂੰ ਰੋਕਦਾ ਹੈ ਜੋ ਕਿਸੇ ਤੇ ਸ਼ੋਸ਼ਣ ਕਰਦੇ ਆ। ਬਿਲਕੁਲ ਇਹ ਇਕੱਲਾ ਐਸੀਆਂ ਲਈ ਨਹੀਂ ਬਣਿਆ, ਮੈਂ ਤੁਹਾਨੂੰ ਦੱਸ ਦਵਾਂ, ਇਹ ਜਿਹੜਾ ਸੰਵਿਧਾਨ ਹੈ ਇਕੱਲਾ ਐਸੀਆਂ ਲਈ ਨਹੀਂ ਬਣਿਆ, ਇਕੱਲਾ ਸਫਾਈ ਸੇਵਕਾਂ ਲਈ ਵੀ ਨਹੀਂ ਬਣਿਆ। ਆਰਟੀਕਲ 32 ਚ ਕੋਈ ਵੀ ਜਾ ਸਕਦਾ ਜਦੋਂ ਉਹਦੇ ਮੌਲਿਕ ਅਧਿਕਾਰਾਂ ਦਾ ਹਨਨ ਹੋਵੇ, ਫੰਡਾਮੈਂਟਲ ਰਾਈਟ ਦਾ। 32 ਚ 226 ਚ ਅਪਰੋਚ ਕਰ ਸਕਦਾ ਹਾਈ ਕੋਰਟ ਚੋਂ। ਇੱਕ ਜਾਂਦਾ ਕੌਣ ਹੈ? ਹਾਈ ਕੋਰਟ, ਸੁਪਰੀਮ ਕੋਰਟ ਚ ਜਾਂਦਾ ਕੌਣ ਹੈ? ਸਫਾਈ ਸੇਵਕ ਕੋਈ ਨਹੀਂ ਜਾਂਦਾ। ਬਿਲਕੁਲ। ਕਿਉਂ? ਕਿਉਂਕਿ ਲੀਗਲ ਅਵੇਅਰਨੈਸ ਜਿਹੜੀ ਆ ਉਹ ਸਭ ਤੋਂ ਘੱਟ ਹੈ। ਮੈਂ ਤੁਹਾਨੂੰ ਦੱਸਿਆ ਸਭ ਤੋਂ ਨਿਮਨ ਵਰਗ ਦਾ ਕੰਮ ਕਰਨਾ, ਹਾਂਜੀ, ਲੀਗਲੀ ਅਵੇਅਰ ਨਹੀਂ ਹੋਣਾ, ਆਪਣੇ ਹੀ ਸਮਾਜ ਤੋਂ ਸ਼ੋਸ਼ਿਤ ਹੋਣਾ,
ਇਹਨਾਂ ਵੀ ਨਹੀਂ ਪਤਾ ਕਿ ਮੇਰੀ ਜਿਹੜੀ ਸੈਲਰੀ ਮਿਲਦੀ ਪਈ ਆ ਕਿ ਮੈਨੂੰ ਉਹ ਪੂਰੀ ਮਿਲਦੀ ਪਈ ਹੈ ਕਿ ਨਹੀਂ ਮਿਲਦੀ ਪਈ ਹੈ। ਬਿਲਕੁਲ। ਇੰਨਾ ਸ਼ੋਸ਼ਣ ਸਹਿਣ ਦੇ ਬਾਵਜੂਦ ਵੀ ਇਹ ਅੱਜ ਤੱਕ ਸਰਵਾਈਵ ਕਰ ਰਹੇ ਆ। ਬਿਲਕੁਲ, ਜਦੋਂ ਆਪਣੇ ਹੱਕ ਦੀ ਆਵਾਜ਼ ਚੱਕਣਾ ਚਾਹੁੰਦੇ ਉਹਨਾਂ ਨੂੰ ਕਿਤੇ ਨਾ ਕਿਤੇ ਦੱਬਿਆ ਜਾਂਦਾ, ਤੁਹਾਨੂੰ ਕੰਮ ਤੋਂ ਕੱਢ ਦਿੱਤਾ ਜਾਵੇਗਾ, ਹਨਾ। ਸੋ ਇਸ ਤਰੀਕੇ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ। ਸੋ ਹੁਣ ਆਪਾਂ ਗੱਲਬਾਤ ਜਿਵੇਂ ਕੀਤੀ ਕਿ ਸਫਾਈ ਸੇਵਕਾਂ ਨਾਲ ਧੱਕਾ ਕੀਤਾ ਜਾਂਦਾ ਨਾ, ਸਾਰੀ ਉਮਰ ਉਹਨਾਂ ਨਾਲ ਇਸੇ ਤਰੀਕੇ ਨਾਲ ਹੀ ਕੰਮ ਕੀਤਾ ਜਾਂਦਾ। ਸੋ ਇਹਨਾਂ ਵਿੱਚ ਕਿਤੇ ਇਹ ਵੀ ਗੱਲ ਹੈਗੀ ਕਿ ਇਹਨਾਂ ਦੀ ਜਿਹੜੀ ਇੰਨੇ ਸਾਲ ਬਾਅਦ ਸੈਲਰੀ ਵਧੂਗੀ। ਦੇਖੋ ਇਹ ਸਟੇਟ ਗਵਰਨਮੈਂਟ ਦਾ ਡਿਸੀਜਨ ਆ, ਸੈਂਟਰ ਗਵਰਨਮੈਂਟ ਦਾ ਡਿਸੀਜਨ ਆ। ਇਹ ਡਿਪੈਂਡ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ, ਜਿਹੜਾ ਮਿਨੀਮਮ ਵੇਜਸ ਐਕਟ ਆ ਉਹਦੇ ਅਕੋਰਡਿੰਗ ਸਾਲ ਬਾਅਦ ਜਿਹੜਾ ਰਿਵਿਊ ਕੀਤਾ ਜਾਂਦਾ। ਸੋ ਕਿਸ ਤਰੀਕੇ ਨਾਲ ਪ੍ਰਮੋਸ਼ਨ ਜਿਹੜਾ ਉਹਨਾਂ ਦਾ ਹੈਗਾ ਕਿਵੇਂ ਹੋਊਗੀ? ਦੇਖੋ ਜਨਰਲੀ ਜਿਵੇਂ ਸਾਰੇ ਸਰਵੈਂਟ ਦੀ ਹੁੰਦੀ ਹੈ ਪ੍ਰਮੋਸ਼ਨ, ਬਿਲਕੁਲ ਏਜ ਕ੍ਰਾਈਟੇਰੀਆ ਦੇ ਹਿਸਾਬ ਦੇ ਨਾਲ, ਉਹ ਤਾਂ ਸਾਰਿਆਂ ਦੀ ਪ੍ਰਮੋਸ਼ਨ, ਸਾਰਿਆਂ ਦੀ ਪ੍ਰਮੋਸ਼ਨ ਹੁੰਦੀ ਹੈ। ਸਟਾਈਫੰਡ ਵਗੈਰਾ ਇਨਸਟੈਂਸਿਵ ਜੋ ਵੀ ਇਹਨਾਂ ਨੂੰ ਮਿਲਦਾ ਉਹ ਤਾਂ ਮਿਲਦਾ ਹੀ ਮਿਲਦਾ ਹੈ, ਉਹ ਤਾਂ ਪੱਕਿਆਂ ਦੇ ਲਈ ਹੈ, ਪੱਕਿਆਂ ਲਈ ਹੈ। ਪਰ ਇਸ਼ੂ ਦਾ ਕੱਚਿਆਂ ਦਾ ਹੈ, ਇਸ਼ੂ ਜਿਹੜਾ ਹੈ ਕੱਚੇ ਮੁਲਾਜ਼ਮਾਂ ਦਾ। ਔਰ ਸਭ ਤੋਂ ਵੱਧ ਜਿਹੜਾ ਆ ਸਟਰੈਂਥ ਹੁਣ ਪੱਕਿਆਂ ਨਾਲੋਂ ਕੱਚੇ ਮੁਲਾਜ਼ਮਾਂ ਦੀ ਹੈ। ਬਿਲਕੁਲ, ਸਭ ਤੋਂ ਜ਼ਿਆਦਾ ਜਿਹੜੀ ਹੁਣ ਸਟਰੈਂਥ ਆ ਉਹ ਪੱਕੇ ਘੱਟ ਹੈ, ਕੱਚੇ ਜ਼ਿਆਦਾ ਹੈ। ਕੱਚੇ ਜ਼ਿਆਦਾ ਕਿਉਂ? ਅੱਜ ਜਿਹੜਾ ਕੋਈ ਵੀ ਲੀਡਰ ਹੈ, ਸਫਾਈ ਸੇਵਕ ਦਾ ਲੀਡਰ ਜਿਹੜਾ ਹੈ ਨਾ, ਹਾਂਜੀ, ਉਹ ਲੜਾਈ ਸਿਰਫ ਸਮੇਂ ਦੇ ਲਈ ਲੜ ਰਿਹਾ ਹੈ, ਸਿਰਫ 2 ਸਾਲਾਂ ਦੇ ਲਈ, ਸਿਰਫ 3 ਸਾਲਾਂ ਦੇ ਲਈ। ਮਤਲਬ ਉਹ ਇਹ ਨਹੀਂ ਕਰਦਾ ਕਿ ਅੱਜ ਦੀ ਮੈਂ ਲੜਾਈ ਲੜਾਂ ਤੇ ਉਹ ਇੱਕ ਲੈਂਡਮਾਰਕ ਡਿਸੀਜਨ ਬਣ ਜਾਵੇ, ਮਤਲਬ ਫਿਊਚਰ ਦੇ ਲਈ ਕਿਸੇ ਨੂੰ ਸਟਰਗਲ ਹੀ ਨਾ ਕਰਨਾ ਪਵੇ। ਜਿਵੇਂ ਬਾਬਾ ਸਾਹਿਬ ਅੰਬੇਡਕਰ ਨੂੰ ਛੂਆ-ਛਾਤ ਦਾ ਸਾਹਮਣਾ ਕਰਨਾ ਪਿਆ, ਉਹਨਾਂ ਨੇ ਕੋਈ ਇੱਦਾਂ ਦੀ ਟੈਂਪਰੇਰੀ ਪ੍ਰੋਵੀਜ਼ਨ ਨਹੀਂ ਬਣਾਈ ਕਿ ਅੱਜ ਮੇਰੇ ਨਾਲ ਸ਼ੋਸ਼ਣ ਹੋ ਰਿਹਾ, ਜਦੋਂ ਤੱਕ ਮੈਂ ਜਿੰਦਾ ਆ, ਬਿਲਕੁਲ, ਹਨਾ, ਉਦੋਂ ਤੱਕ ਹੀ ਉਹ ਸ਼ੋਸ਼ਣ ਨਾ ਹੋਵੇ। ਮੇਰੇ ਜਾਣ ਤੋਂ ਬਾਅਦ ਸਾਰੇ ਆਪਣੇ ਆਪਣੇ ਇੰਡੀਵਿਜੂਅਲ ਲੈਵਲ ਤੇ ਸਟਰਗਲ ਕਰੇ ਨੇ। ਇੱਦਾਂ ਦਾ ਕੋਈ ਲੀਡਰ ਨਹੀਂ ਉੱਠਿਆ ਸਫਾਈ ਸੇਵਕਾਂ ਦੇ ਵਿੱਚ ਜਿਹੜਾ ਪਰਮਾਨੈਂਟ ਲੈਵਲ ਦੇ ਉੱਪਰ ਇਫੈਕਟ ਕਰ ਸਕੇ। ਬਿਲਕੁਲ। ਸੋ ਕਿਉਂ? ਇਹਦਾ ਕਾਰਨ ਹੈ, ਹਾਂਜੀ, ਸਾਡੇ ਜਿਹੜੇ ਸਫਾਈ ਕਰਮਚਾਰੀ ਦਲ ਹੈ ਜਾਂ ਸਿਵਰਮੈਨਾਂ ਦੀਆਂ ਯੂਨੀਅਨਾਂ ਜਾਂ ਕਿੰਨੇ ਵੀ ਆ, ਇਹਨਾਂ ਦੀ ਡਿਮਾਂਡ ਚਾਰਟ ਹੀ ਨਹੀਂ ਹੈਗਾ। ਇਹਨਾਂ ਦੀ ਡਿਮਾਂਡ ਕੀ ਹੁੰਦੀ ਹੈ? ਕੱਚੇ ਮੁਲਾਜ਼ਮ ਪੱਕੇ ਕਰੋ। ਬਿਲਕੁਲ, ਕੱਚੇ ਮੁਲਾਜ਼ਮ ਪੱਕੇ ਕਰੋ, ਬਸ। ਉਸ ਤੋਂ ਉੱਪਰ ਇਹਨਾਂ ਦਾ ਕੋਈ ਨਾਰਾ ਨਹੀਂ ਹੈ। ਉਹ ਕੱਚੇ ਮੁਲਾਜ਼ਮ ਪੱਕੇ ਕਰੋ ਵਾਲਾ ਇਹ ਇਸ਼ੂ ਤਾਂ ਆਉਣ ਵਾਲੀ ਪੀੜ੍ਹੀ ਨੂੰ ਵੀ ਫਿਰ ਸਟਰਗਲ ਫੇਸ ਕਰਨਾ ਪੈਣਾ। ਮੰਨ ਲਓ ਅੱਜ ਤੁਸੀਂ ਕੱਚੇ ਮੁਲਾਜ਼ਮ ਪੱਕੇ ਕਰਾ ਲੈਂਦੇ ਆ, ਇਹੀ ਲੀਡਰ ਜਿਹੜੇ ਪੱਕੇ ਕਰਾ ਰਹੇ ਆ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾ ਰਹੇ ਆ, ਕੱਲ ਨੂੰ ਇਹਨਾਂ ਨੇ ਓਲਡ ਹੋ ਜਾਣਾ। ਉਸ ਤੋਂ ਬਾਅਦ ਚ ਨਵੀਂ ਜਨਰੇਸ਼ਨ ਆਣੀ ਹੈ, ਨਵੀਂ ਜਨਰੇਸ਼ਨ ਫੇਸ ਸਟਰਗਲ ਕਰੇਗੀ, ਕਿਉਂਕਿ ਇੱਕ ਮੁਲਾਜ਼ਮ ਤਾਂ 10-10 15-15 ਸਾਲ ਬਾਅਦ ਤਾਂ ਪੱਕਾ ਹੋ ਰਿਹਾ। ਬਿਲਕੁਲ, ਇੱਕ ਮੁਲਾਜ਼ਮ ਜਦ 15 ਸਾਲ ਬਾਅਦ ਪੱਕਾ ਹੋ ਰਿਹਾ ਤੇ ਇਹ ਤਾਂ ਬਾਰੀਆਂ ਵੰਡੀਆਂ ਜਾਣੀਆਂ ਲੀਡਰਾਂ ਦੀਆਂ ਬਾਰੀਆਂ ਵੰਡੀਆਂ ਗਈਆਂ। ਬਿਲਕੁਲ, ਫਿਰ ਜੇ ਲੀਡਰਾਂ ਦੀਆਂ ਬਾਰੀਆਂ ਵੰਡੀਆਂ ਗਈਆਂ, ਪਰਮਾਨੈਂਟ ਸੋਲੂਸ਼ਨ ਕੀ ਹੋਇਆ? ਉਹਦੇ ਵਿੱਚ ਮੈਂ ਸ਼ਾਇਦ ਤੁਹਾਨੂੰ ਪਹਿਲਾਂ ਦੱਸਿਆ ਨਹੀਂ ਕਿ ਮੈਂ ਬਤੌਰ ਲੀਗਲ ਐਡਵਾਈਜ਼ਰ ਵੀ ਕੰਮ ਕਰ ਰਿਹਾ ਸਫਾਈ ਕਰਮਚਾਰੀ ਕਮਿਸ਼ਨ ਗਵਰਨਮੈਂਟ ਆਫ ਪੰਜਾਬ ਦੇ ਵਿੱਚ। ਓਕੇ, ਜਿਹਦੇ ਚੇਅਰਮੈਨ ਸ਼੍ਰੀ ਗੇਜਾ ਰਾਮ ਵਾਲਮੀਕੀ ਜੀ ਹੈ। ਅਸੀਂ ਇਸ ਸੰਬੰਧੀ ਜਦੋਂ ਗੇਜਾ ਰਾਮ ਵਾਲਮੀਕੀ ਜੀ ਦੀ ਅਪਾਇੰਟਮੈਂਟ ਹੋਈ ਐਜ਼ ਅ ਚੇਅਰਮੈਨ ਗਵਰਨਮੈਂਟ ਆਫ ਪੰਜਾਬ, ਓਕੇ, ਤੇ ਉਹਨਾਂ ਤੋਂ ਪਹਿਲਾਂ ਬੜੇ ਕਮਿਸ਼ਨ ਦੇ ਚੇਅਰਮੈਨ ਰਹੇ ਆ ਸਫਾਈ ਕਰਮਚਾਰੀ ਆਯੋਗ ਦੇ, ਪਰ ਉਹਨਾਂ ਵੱਲੋਂ ਕਦੀ ਵੀ ਇੱਕ ਲੀਗਲ ਲੈਵਲ ਤੇ ਫਾਈਟ ਨਹੀਂ ਕੀਤੀ ਗਈ, ਨਾ ਇਹਨਾਂ ਨੂੰ ਜਸਟੀਫਾਈ ਕੀਤਾ ਗਿਆ। ਮੈਂ ਦੱਸਦਾ ਵੀ ਸਾਡੇ ਤੋਂ ਪਹਿਲਾਂ ਵੀ ਕਈ ਇੱਦਾਂ ਦੇ ਚੇਅਰਮੈਨ ਹੋਏ ਆ, ਗੇਜਾ ਰਾਮ ਜੀ ਤੋਂ ਪਹਿਲਾਂ ਵੀ। ਹਾਂਜੀ, ਲੁਧਿਆਣਾ ਦੇ ਵਿੱਚ ਚੇਅਰਮੈਨ 2 ਵਾਰੀ ਰਿਪੀਟ ਹੋਇਆ ਸਫਾਈ ਕਰਮਚਾਰੀ ਕਮਿਸ਼ਨ ਦਾ, ਪਰ ਉੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਹੀ 46 ਕਰੋੜ ਦਾ ਸਕੈਮ ਜਿਹੜਾ EPF ਦਾ ਨਿਕਲਿਆ। ਓਕੇ, 46 ਕਰੋੜ ਦਾ ਜਿਹੜਾ ਸਕੈਮ ਹੈ EPF ESI ਦਾ, ਉਹ ਸਕੈਮ ਨਿਕਲਿਆ। ਹੁਣ ਉਹ ਜਿਹੜਾ 8-9 ਸਾਲਾਂ ਦਾ 46 ਕਰੋੜ ਦਾ ਸਕੈਮ, ਉਹਦੇ ਉੱਪਰ 4 ਕਰੋੜ 46 ਲੱਖ ਕਿੰਨੇ ਹਜ਼ਾਰ ਦਾ ਜਿਹੜਾ ਫਾਈਨ ਪਾ ਕੇ 51 ਕਰੋੜ ਰੁਪਏ ਟੋਟਲ ਅਮਾਊਂਟ ਬਣਦੀ ਹੈ। ਓਕੇ, ਇਹ ਜਿਹੜਾ ਇਕਨੋਮਿਕਲੀ ਲਾਸ ਹੋਇਆ, ਕਿਹਦਾ ਹੋਇਆ? ਸਫਾਈ ਸੇਵਕ ਦਾ। ਸਫਾਈ ਸੇਵਕ ਜਿੰਨੇ ਵੀ 2000-3000 ਦੀ ਸਟਰੈਂਥ ਆ ਪੂਰੇ ਹਾਂਜੀ ਲੁਧਿਆਣੇ ਦੇ ਵਿੱਚ ਸਫਾਈ ਸੇਵਕਾਂ ਦੀ, ਉਹਨਾਂ ਦਾ EPF ਨਗਰ ਨਿਗਮ ਵੱਲੋਂ ਜਮ੍ਹਾਂ ਹੀ ਨਹੀਂ ਕਰਾਇਆ ਗਿਆ।
ਪਰ ਚੇਅਰਮੈਨ ਸਾਹਿਬ ਉੱਥੇ ਦੇ ਸੀਗੇ। ਬਿਲਕੁਲ। ਚੇਅਰਮੈਨ ਕਿੱਥੋਂ ਦੇ ਸੀਗੇ? ਲੁਧਿਆਣਾ ਸ਼ਹਿਰ ਦੇ। ਉਹਨਾਂ ਨੂੰ ਕੋਈ ਕਾਰਵਾਈ ਸਾਨੂੰ ਅੱਜ ਤੱਕ ਕਾਗਜ਼ਾਂ ਦੇ ਵਿੱਚ ਨਹੀਂ ਦਿਖੀ। ਇਦਾਂ ਕਿਉਂ ਇੰਨਾ ਵੱਡਾ ਧੱਕਾ ਹੋਏਗਾ, ਇੰਨੀ ਵੱਡੀ ਹੇਰਾਫੇਰੀ ਕੀਤੀ ਗਈ, ਉਸ ਦੀ ਕਾਰਵਾਈ ਕਿਉਂ ਨਹੀਂ ਹੋਈ? ਮੈਂ ਤੁਹਾਨੂੰ ਦੱਸਦਾ ਜੀ, ਮੈਂ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਪੋਜੀਸ਼ਨ ਹੈ ਜਾਂ ਅਹੁਦਾ ਆ, ਕਿਸੇ ਵੀ ਤਰੀਕੇ ਨਾਲ ਮੰਨ ਲਓ ਵੀ ਮੈਂ ਤੁਸੀਂ ਐਮਐਲਏ ਹੋ ਜਾਂ ਕੈਬਨਿਟ ਮਿਨਿਸਟਰ ਹੋ ਜਾਂ ਡੀਸੀ ਹੋ ਜਾਂ ਕਿਤੇ ਵੀ, ਹਰ ਇੱਕ ਅਹੁਦੇ ਤੇ ਬੈਠਣ ਵੇਲੇ ਉਹਦੀ ਜ਼ਿੰਮੇਵਾਰੀ ਦਾ ਅਹਿਸਾਸ ਵੀ ਹੋਣਾ ਚਾਹੀਦਾ। ਜੇ ਤੁਹਾਨੂੰ ਬਤੌਰ ਤੁਸੀਂ ਡੈਜ਼ਿਗਨੇਟਿਡ ਹੋ ਐਜ਼ ਅ ਚੇਅਰਮੈਨ ਸਫਾਈ ਕਰਮਚਾਰੀ ਕਮਿਸ਼ਨ, ਤੇ ਤੁਹਾਡਾ ਕੰਮ ਵੀ ਇਹ ਬਣਦਾ ਕਿ ਜਿੰਨੇ ਵੀ ਗ੍ਰੀਵੈਂਸ ਹੈਗੇ ਆ ਸਫਾਈ ਕਰਮਚਾਰੀਆਂ ਦੇ ਵੀ ਮੈਂ ਉਹ ਰਿਜ਼ੋਲਵ ਕਰਾਂ, ਇਹਨਾਂ ਦਾ ਐਕਸਪਲੋਇਟੇਸ਼ਨ ਰੋਕਾਂ। ਉਹ ਜਿਹੜਾ ਐਕਸਪਲੋਇਟੇਸ਼ਨ ਤਾਂ ਰੁਕਿਆ ਨਹੀਂ। ਮੈਂ ਕਹਿੰਦਾ ਕਿ ਚਲੋ ਮੈਂ ਫਾਜ਼ਿਲਕਾ ਹੋਇਆ, ਅਬੋਹਰ ਹੋਇਆ, ਬਠਿੰਡਾ ਹੋਇਆ, ਮਾਨਸਾ ਹੋਇਆ, ਇਹ ਮੇਰੇ ਆਊਟ ਆਫ ਜੁਰਿਡਿਕਸ਼ਨ 'ਚ ਹੈ। ਆਊਟ ਆਫ ਜੁਰਿਡਿਕਸ਼ਨ ਮੀਨਸ ਮੈਂ ਇਹ ਨਹੀਂ ਕਹਿੰਦਾ ਵੀ ਪੰਜਾਬ ਦੇ ਦਾਇਰੇ 'ਚ ਨਹੀਂ ਆ ਰਿਹਾ। ਹਾਂਜੀ। ਆਊਟ ਆਫ ਜੁਰਿਡਿਕਸ਼ਨ ਮੀਨਸ ਵੀ ਮੇਰਾ ਬਰਥ ਪਲੇਸ ਨਹੀਂ ਹੈਗਾ, ਮੈਂ ਉਹਨੂੰ ਚੰਗੇ ਤਰੀਕੇ ਨਾਲ ਨਹੀਂ ਜਾਣਦਾ ਉਸ ਏਰੀਆ ਨੂੰ। ਪਰ ਜਿਹੜੇ ਲੋਕ ਲੁਧਿਆਣੇ ਦੇ ਵਿੱਚ ਪੈਦਾ ਹੋਏ, ਲੁਧਿਆਣੇ 'ਚ ਜਨਮੇ, ਉਹਨਾਂ ਦੇ ਏਰੀਆ ਦੇ ਵਿੱਚ 46 ਕਰੋੜ ਦਾ ਸਕੈਮ। ਮਤਲਬ ਆਪਣੇ ਏਰੀਆ ਦੇ ਬੰਦਿਆਂ ਨਾਲ ਇਹਨਾਂ ਧੱਕਾ ਕੀਤਾ ਗਿਆ, ਏਡੀ ਵੱਡੀ ਹੇਰਾਫੇਰੀ ਕੀਤੀ ਗਈ, ਪਰ ਉਹਨਾਂ ਨਾਲ ਕੋਈ ਐਕਸ਼ਨ ਨਹੀਂ ਹੋਇਆ। ਇਦਾਂ ਕਿਉਂ ਸਰ? ਇੰਨੀ ਵੱਡੀ ਹੇਰਾਫੇਰੀ ਕਰ ਜਾਂਦੇ ਨੇ ਲੋਕ ਨਾ, ਵੱਡੇ ਲੀਡਰ ਹੋ ਗਏ ਕਿ ਕੋਈ ਵੀ ਹੋ ਗਿਆ ਨਾ, ਉਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ? ਆਮ ਇਨਸਾਨ ਦਾ ਕਿਉਂ ਇਹਨਾਂ ਧੱਕਾ ਕੀਤਾ ਜਾਂਦਾ? ਸਾਰੀ ਉਮਰ ਦੀ ਕਮਾਈ ਖਾ ਗਏ। ਮੈਂ ਤੁਹਾਨੂੰ ਦੱਸਦਾ ਜੀ, ਇਹਦੇ ਵਿੱਚ ਮੈਂ ਸਟਾਰਟਿੰਗ ਤੋਂ ਆਪਾਂ ਇਹ ਗੱਲ ਕੀਤੀ ਸੀ ਕਿ ਜਿਹੜਾ ਸਫਾਈ ਸੇਵਕ ਹੈ ਉਹ ਵਾਲਮੀਕੀ ਸਮਾਜ ਨਾਲ ਹੀ ਸੰਬੰਧ ਕਰਦਾ, ਇਹ ਮੰਨ ਲਓ। ਹਾਂਜੀ, ਬਿਲਕੁਲ ਸਹੀ ਗੱਲ। ਲੀਗਲੀ ਅਵੇਅਰ ਨਹੀਂ ਹੈ, ਅਨਪੜ੍ਹ ਹੈ। ਜਿਹੜਾ ਕਿਤੇ ਪੜ੍ਹ ਜਾਂਦਾ ਹੈ, ਜਿਹੜਾ ਪੜ੍ਹ ਜਾਂਦਾ ਹੈ, ਉਹ ਚਾਪਲੂਸੀ ਕਰਨ ਲੱਗ ਪੈਂਦਾ। ਹਾਂ, ਤੇ ਜੇ ਕੋਈ ਸਟਰਗਲ ਕਰਨਾ ਚਾਹੁੰਦਾ ਹੈ, ਐਜੀਟੇਸ਼ਨ ਕਰਨਾ ਚਾਹੁੰਦਾ ਹੈ, ਉਹਦੀ ਆਵਾਜ਼ ਨੂੰ ਦਬਾਇਆ ਜਾਂਦਾ। ਬਿਲਕੁਲ। ਜੇ ਉਹਦੀ ਆਵਾਜ਼ ਨੂੰ ਦਬਾਇਆ ਜਾਂਦਾ, ਇਸੇ ਕਰਕੇ ਅੱਜ ਜਿਹੜਾ ਸਫਾਈ ਸੇਵਕ ਹੈ, ਸਫਾਈ ਸੇਵਕ ਦੀ ਜਿਹੜੀ ਦਸ਼ਾ ਹੀ ਹੈ, ਸਫਾਈ ਸੇਵਕ ਦੀ ਜਿਹੜੀ ਦਸ਼ਾ ਹੀ ਹੈ, ਉਹ ਜ਼ਿਆਦਾਤਰ ਉਹਦੀ ਜ਼ਿੰਮੇਵਾਰੀ ਅਸੀਂ ਲੋਕ ਆ। ਮੈਂ ਵਾਂ, ਤੁਸੀਂ ਜ਼ਿੰਮੇਵਾਰ ਆ। ਬਿਲਕੁਲ। ਕਿਉਂ? ਕਿਉਂਕਿ ਅਸੀਂ ਇਸੇ ਸਮਾਜ 'ਚ ਪੈਦਾ ਹੋਏ। ਜਦੋਂ ਸਾਨੂੰ 4 ਪੈਸਿਆਂ ਦਾ ਲਾਭ ਦਿਖਿਆ, ਅਸੀਂ ਤੁਹਾਡੀ ਆਵਾਜ਼ ਹੀ ਨਹੀਂ ਚੱਕਣੀ। ਰੌਲਾ ਪਹਿਲਾਂ ਪਾਉਣਾ ਜ਼ਰੂਰ ਹੈ ਕਿ ਮੇਰੇ ਨਾਲ ਧੱਕਾ ਹੋ ਰਿਹਾ, ਮੇਰੇ ਨਾਲ ਧੱਕਾ ਹੋ ਰਿਹਾ। ਜਦੋਂ ਬੰਦ ਕਮਰੇ 'ਚ ਸੈਟਲਮੈਂਟ ਹੋਈ ਤੇ ਸਫਾਈ ਸੇਵਕ ਕਿੱਥੇ ਗਿਆ? ਤੁਹਾਡੇ ਅੱਜ ਐਪੀਸੋਡ ਦੇ ਉੱਪਰ ਜਿਹੜਾ ਕੌਮੀ ਵਿਚਾਰ ਹੈ, ਇਹਦੇ ਇਸ ਟੌਪਿਕ ਦੇ ਉੱਪਰ ਹੀ ਆਪਾਂ ਜਨਰਲੀ ਗੱਲ ਕਰਦੇ ਪਏ ਹਾਂ ਕਿ ਕੌਮ ਦੇ ਵਿੱਚ ਪ੍ਰਗਤੀ ਹੋਵੇਗੀ ਕਿੱਦਾਂ ਸਫਾਈ ਸੇਵਕਾਂ ਦੀ। ਬਿਲਕੁਲ। ਅੱਜ ਪੂਰਾ ਪੰਜਾਬ ਹੜਤਾਲ ਤੇ ਬੈਠਾ ਹੋਇਆ। ਬਿਲਕੁਲ। ਪੂਰਾ ਪੰਜਾਬ ਅੱਜ ਹੜਤਾਲ ਦੇ ਉੱਪਰ ਬੈਠਾ ਹੈ। ਉਹਨੂੰ ਹੜਤਾਲ ਤੋਂ ਚੱਕੇਗਾ ਕੌਣ? ਸਹੀ ਗੱਲ। ਇਹਨਾਂ ਲੀਡਰਾਂ ਨੇ ਬਿਠਾਉਣਾ। ਸਰ, ਜਿਵੇਂ ਆਪਾਂ ਗੱਲਬਾਤ ਕੀਤੀ ਕਿ ਇੰਨਾ ਧੱਕਾ ਕੀਤਾ ਜਾਂਦਾ, ਇੱਕ ਦੂਜੇ ਨੂੰ ਦੱਬਿਆ ਜਾਂਦਾ ਹੈ ਨਾ, ਸੋ ਕਿਸੇ ਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚ ਜਾਂਦੀ। ਇਸ ਦੇ ਵਿੱਚ ਸਫਾਈ ਯੂਨੀਅਨ ਦਾ ਕੀ ਰੋਲ ਹੈ? ਸਫਾਈ ਯੂਨੀਅਨ ਦਾ ਬੜਾ ਅਹਿਮ ਰੋਲ ਹੈ ਜੀ। ਦੇਖੋ ਵੀ ਅਗਰ ਆਪਾਂ ਯੂਨੀਅਨ ਦਾ ਗੱਲ ਕਰੀਏ ਕਿ ਯੂਨੀਅਨ ਇੱਕ ਸਾਰੇ ਜਿਹੜੇ EMPLOYEES ਹੈ ਉਹਨਾਂ ਨੂੰ ਮਿਲ ਕੇ ਇੱਕ ਯੂਨੀਅਨ ਬਣਦੀ ਹੈ। ਯੂਨੀਅਨ ਬਣਨ ਤੋਂ ਬਾਅਦ ਇੱਕ ਯੂਨੀਅਨ ਦਾ ਲੀਡਰ ਹੁੰਦਾ ਜਿਹੜਾ ਉਹਨੂੰ ਲੀਡ ਕਰਦਾ। ਜਿਹੜਾ ਬੰਦਾ ਉਹਨੂੰ ਲੀਡ ਕਰੇਗਾ, ਪਹਿਲਾਂ ਉਸ ਲੀਡਰ ਨੂੰ ਉਸ ਪੋਜੀਸ਼ਨ ਤੇ ਪਹੁੰਚਣਾ ਪੈਣਾ, ਫਿਰ ਉਹਦੇ ਪਿੱਛੇ ਉਹਨੂੰ ਫੋਲੋ ਕਰਦੇ ਹੋਏ ਸਫਾਈ ਸੇਵਕ ਜਾਂ ਕੋਈ ਵੀ ਵਰਕਰ ਹੋ ਸਕਦਾ ਯੂਨੀਅਨ ਲੀਡਰ, ਉਹ ਉਹਨੂੰ ਫੋਲੋ ਕਰਕੇ ਉੱਥੇ ਜਾਣਗੇ। ਪਰ ਜਿਹੜਾ ਰੋਲ ਆਫ ਸਫਾਈ ਕਰਮਚਾਰੀ ਲੀਡਰ ਲਾ ਲਓ ਜਾਂ ਸੀਵਰਮੈਨ ਦੇ ਲਗਾ ਲਓ ਲੀਡਰ ਦਾ, ਵੈਸੇ ਕਹਿਣਾ ਤਾਂ ਨਹੀਂ ਚਾਹੀਦਾ, ਕੌਮੀ ਵਿਚਾਰ ਦੇ ਉੱਪਰ ਗੱਲ ਕਰ ਹੀ ਰਹੇ ਹਾਂ। ਹਾਂਜੀ। ਤੇ ਆਪਾਂ ਇਸ ਗੱਲ ਨੂੰ ਲੁਕੋਈਏ ਕਿਉਂ? ਬਿਲਕੁਲ, ਆਪਾਂ ਲੁਕਾਉਣਾ ਨਹੀਂ ਚਾਹੀਦਾ ਕਿਉਂਕਿ ਕੌਮ ਨੂੰ ਪਤਾ ਲੱਗੇ ਕਿ ਹਾਲਾਤ ਕਿਉਂ ਆ ਸਾਡੇ ਇਦਾਂ ਦੇ ਬਣੇ। ਬਿਲਕੁਲ, ਜੋ ਸੱਚ ਹੈ ਉਹ ਕਦੀ ਵੀ ਲੁਕਦਾ ਨਹੀਂ ਹੁੰਦਾ। ਸਾਡੀ ਜਿਹੜੀ ਪ੍ਰਧਾਨਗੀ ਹੈ ਯੂਨੀਅਨਾਂ ਦੀ, ਤੁਸੀਂ ਦੇਖਿਓ ਕਈ ਵਾਰੀ। ਹਾਂਜੀ। ਸਾਡੀ ਯੂਨੀਅਨ ਦੀ ਪ੍ਰਧਾਨਗੀ ਕਰ ਕੌਣ ਰਿਹਾ ਵਾ? ਬੀਜੇਪੀ ਦਾ ਪ੍ਰਧਾਨ।